यूट्यूब चैनल में आप सभी का स्वागत है। आज हम रियल लाइफ के प्रोग्राम के तहत पिंड गांव मानसा ज़िले के गांव भोपाल में पहुंचे हैं। यहाँ हम हैंडीकैप्ड एसोसिएशन यूनियन के प्रधान भीम भोपाल जी से बात करने के लिए पहुंचे हैं। वो आज जानेंगे हम उनके परिवार में कौन है, लाइफ के बारे में जानेंगे कि हैंडीकैप्ड की जो ब्लेजर लाइफ होती है वो कैसी होती है। देखिए, ऐसी कैटेगरी को बिलोंग करते हैं, इनका मकान ऐसा है। कहने का मतलब ये है कि हैंडीकैप्ड लोगों की जो लाइफ है वो काफ़ी डिफ़िकल्ट होती है, उसके बारे में हम आज बात करेंगे। ये देखिए, एक हैंडीकैप्ड की लाइफ है जो कैसी होती है। हैंडीकैप्ड की लाइफ के बारे में आज हम बातचीत करेंगे। गांव के जो हैंडीकैप्ड हैं उनकी लाइफ कैसी होती है। इनका मकान भी है जो अच्छी तरह से है नहीं। पंजाब गवर्नमेंट की तरफ से सिर्फ एक पेंशन मिलती है जिसके सहारे ये अपना जीवन निर्वाह चलाते हैं। ये हमारे हैंडीकैप्ड यूनियन के प्रधान भीम भोपाल जी हैं। उनके बारे में, उनकी लाइफ के बारे में हम जानेंगे। ये उनका कमरा है, अंदर से देख लिया आपने कैसी हालात होते हैं अंगहीन लोगों के। इसके माता पिता की डेथ हो चुकी है। ये तो ब्रदर और ये खुद दोनों ही जहाँ रहते हैं। ये एक सामाजिक सुधारक भी हैं जो काफ़ी समय से बाबू कांशीराम जी से जुड़े हुए हैं। आज हम इनकी लाइफ के बारे में जानते हैं। हाँ जी, भीम भोपाल जी, हमारे यूट्यूब चैनल में आपका बहुत बहुत स्वागत। आप कब से हैंडीकैप्ड यूनियन से जुड़े हुए? सारे साथियों को पहला मेरा वाहगुरू जी का खालसा, श्री वाहगुरू जी की फतेह। जय भीम, जय भारत, जय संविधान। अज साथी गुरजंट सिंह जी आए ने, जो भी इस चैनल के माध्यम ਨਾਲ ਸਰੋਤ ने, उन्होंने मैं साਰਿਆਂ ਨੂੰ बहुत बहुत नमन करदा, प्रणाम करदा। जितों तक हैंडीकैप्ड की जो गलबात अज चल रही है कि जो 1975 तो लैके 1975 तो लैके 82-83 ਦੇ ਵਿੱਚ ਪੋਲੀਓ ਦਾ ਇੱਕ ਕੁਦਰਤ ਦੇ ਕਹਿਰ ਦੇ ਤੌਰ ਤੇ ਆਇਆ। ਪੋਲੀਓ 75 ਤੋਂ ਲੈ ਕੇ 82-83 ਤੱਕ ਇਹ ਜਿਹੜੀ ਬਿਮਾਰੀ ਸੀ ਉਹ ਰਹੀ, ਜਿਹਦੇ ਕਾਰਨ ਮੈਂ ਪੋਲੀਓ ਦੇ ਵਿੱਚ ਮੇਰੀ ਖੱਬੀ ਲੱਤ ਹੈ ਜਿਹੜੀ ਉਹ ਜਾ ਚੁੱਕੀ ਸੀ। ਖੱਬੀ ਲੱਤ ਜੋ ਕਿ ਇਹ ਸਾਰੀ ਮਤਲਬ ਇੱਧਰਲੀ ਸਾਈਡ ਹੈ ਜਿਹੜੀ ਇਹ ਸਾਰੀ ਕਮਜ਼ੋਰ ਸੀ। ਪਰ ਜੋ ਮੈਂ ਸਭ ਤੋਂ ਪਹਿਲਾਂ ਕਿਹਾ ਜਾਂਦਾ ਕਿ ਜੋ ਗੋਡ ਹੁੰਦਾ, ਜੋ ਪਰਮਾਤਮਾ ਹੁੰਦਾ, ਉਹਦੇ ਮਾਪੇ ਵੀ ਹੁੰਦੇ ਨੇ। ਇਸ ਗਾਂਵ ਦੇ ਵਿੱਚ ਕਮ ਸੇ ਕਮ ਅਸੀਂ 65% ਦੇ ਲਗਭਗ ਹਮਾਰੀ ਵਿਕਲਾਂਗਾਂ ਦੀ ਸੰਖਿਆ, ਅਤੇ ਜਿਹਦੇ ਵਿੱਚ ਉਸ ਸਮੇਂ 'ਤੇ ਜ਼ਿਆਦਾ ਜਿਨ੍ਹਾਂ ਦੇ ਵਿੱਚੋਂ ਮੈਂ ਵਧੀਆ ਕਿ ਮੈਂ ਕੋਈ ਸਹਾਰੇ ਤੋਂ ਬਿਨਾਂ ਮਤਲਬ ਤੁਰਦਾਂਗਾ। ਜਿੱਥੋਂ ਤੱਕ ਫਿਜ਼ੀਕਲ ਹੈਂਡੀਕੈਪਟ ਯੂਨੀਅਨ ਦਾ ਸਵਾਲ ਹੈ, ਕਿਉਂਕਿ 1995 ਦੇ ਵਿੱਚ ਮੈਂ ਰੋਡ 'ਤੇ ਆ ਗਿਆ ਸੀ। ਜਿਵੇਂ ਪਹਿਲਾਂ ਗੁਰਜੰਟ ਵੀਰ ਨੇ ਦੱਸਿਆ ਕਿ ਸਮਾਜ ਸੇਵਾ 1995 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ MP ਰਹੇ ਭਾਨ ਸਿੰਘ ਜੀ ਭੌਰਾ, ਜੋ ਬਠਿੰਡਾ ਸੀਟ ਤੋਂ MP ਬਣੇ। ਉਹਨਾਂ ਦੀ ਬਦੌਲਤ ਮਤਲਬ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ। 5 ਸਾਲ ਮੈਂ CPI ਜੋ ਕਾਮਰੇਡਾਂ ਦੀ ਪਾਰਟੀ ਸੀ 1925 ਦੇ ਵਿੱਚ ਬਣੀ, ਉਹਦੇ ਵਿੱਚ ਕੰਮ ਕੀਤਾ। ਪਰ ਉਹਨਾਂ ਦਾ ਜਿਹੜਾ ਰੈਜ਼ੀਸਟੈਂਸ ਦੀ ਉਹ ਕੁਛ ਨਾ ਹੋਣ ਕਰਕੇ ਉਹਦੇ ਬਾਅਦ ਮੈਨੂੰ ਚੰਗਾ ਨਹੀਂ ਲੱਗਿਆ,
ਤਾਂ ਮੈਂ 2002 ਦੇ ਵਿੱਚ, ਜੋ ਕਿ ਦਸਮੇਸ਼ ਸਕੂਲ ਆ ਗੁਰਜੰਟ ਜੀ, ਪਹਿਲਾਂ ਉਹ ਦਸਮੇਸ਼ ਸਕੂਲ ਹੁੰਦਾ ਸੀ ਜਿੱਥੇ ਅੱਜ ਕੱਲ੍ਹ ਆਪਣਾ ਗਰਲਜ ਕਾਲਜ ਬਣ ਚੁੱਕਿਆ, ਉਹਦੀ ਇੱਧਰਲੀ ਸਾਈਡ 'ਤੇ ਤੁਸੀਂ ਦੇਖਿਆ ਹੀ ਹੈ ਹੁਣ ਵੀ ਸਕੂਲ ਚੱਲਦਾ ਹੈ। ਤਾਂ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ, ਮੇਰੇ ਬਹੁਤ ਹੀ ਨਿਰਧੜਕ ਸਾਥੀ ਸਾਡੇ ਕਸ਼ਮੀਰ ਸਿੰਘ ਜੀ ਸਨਾਵਾ ਚੇਅਰਮੈਨ, ਅਤੇ ਪ੍ਰੋਗਰਾਮ ਰੱਖਿਆ ਹੋਇਆ ਸੀ ਅਵਿਨਾਸ਼ ਸ਼ਰਮਾ ਦੀ ਅਗਵਾਈ ਦੇ ਵਿੱਚ, ਅਤੇ ਕੁਝ ਸਾਥੀ ਹਰਿਆਣੇ ਤੋਂ ਵੀ ਸੀ। ਮੈਂ ਵੀ ਕਚਹਿਰੀਆਂ ਦੇ ਵਿੱਚ ਜਾ ਰਿਹਾ ਸੀ ਆਪਣੀ ਪੈਨਸ਼ਨ ਲਵਾਉਣ ਵਾਸਤੇ। ਤਾਂ ਮੈਂ ਉੱਥੇ ਸੁਣਿਆ ਤਾਂ ਮੈਨੂੰ ਪਤਾ ਲੱਗਿਆ। ਤਾਂ 2002 ਦੇ ਵਿੱਚੋਂ ਮੈਂ ਫਿਜ਼ੀਕਲ ਹੈਂਡੀਕੈਪਟ ਯੂਨੀਅਨ ਨੂੰ ਜੁਆਇਨ ਕੀਤਾ, ਜਾਣੀ ਕਿ 2021 ਚੱਲ ਰਹੀ ਹੈ। ਉਦੋਂ ਬਾਅਦ ਫਿਰ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ, ਕਿਸੇ ਪਾਰਟੀ 'ਚ ਨਹੀਂ ਹੋਰ ਕੰਮ ਕੀਤਾ। ਤਾਂ ਜਾਣੀ ਕਿ 21 ਸਾਲ ਲਾ ਲਓ ਤੁਸੀਂ, ਅੰਗਹੀਣ ਸਮਾਜ ਦੇ ਵਿੱਚ ਮੈਂ ਕੰਮ ਕਰ ਰਿਹਾ। ਕੋਈ ਮਤਲਬ ਜ਼ਿਲ੍ਹੇ ਦੇ ਅਹੁਦੇ ਦੀ ਨਹੀਂ ਸੀ ਗੱਲ ਸੀ ਜਾਂ ਕੋਈ ਹੋਰ ਨਹੀਂ ਸੀ, ਕਿਉਂਕਿ ਮਾਨਵ ਸਾਹਿਬ ਸ਼੍ਰੀ ਕਾਂਸੀ ਰਾਮ ਦੀ ਮੈਂ ਮਤਲਬ ਸੁਣਦਾ ਰਿਹਾ, ਉਹਨਾਂ ਦੀਆਂ ਕਿਤਾਬਾਂ ਵੀ ਵਿਰੋਧਦਾ ਰਿਹਾ। ਤੁਸੀਂ ਦੇਖਿਆ ਉੱਧਰ ਕਮਰੇ 'ਚ ਉੱਧਰ ਕਿਤਾਬਾਂ ਹੀ ਪਈਆਂ ਨੇ ਆਪਣੇ, ਟੈਲੀਵਿਜ਼ਨ ਵੀ ਨਹੀਂ ਆਪਣੇ ਘਰੇ ਹੈਗਾ, ਅਤੇ ਰੇਡੀਓ ਸੀਗਾ, ਉਹਦੇ ਰਾਹੀਂ ਆਪਾਂ ਸੁਣਦੇ ਰਹੇ ਸਾਰਾ। ਤਾਂ 1995 ਦੇ ਵਿੱਚ ਪਹਿਲੀ ਜਦੋਂ ਮੈਂ ਗਿਆ ਸੀ, ਜਿਹੜਾ ਅੱਜ ਮਾਹੌਲ ਹੋ ਰਿਹਾ, ਕਿਉਂਕਿ ਅੱਜ ਦੇ ਮਾਹੌਲ ਦੇ ਮੁਤਾਬਕ ਕੀ ਗੱਲ ਕੀਤੀ ਜਾਵੇ, ਜਿਹੜੇ ਕਿਸਾਨ ਅੱਜ ਦਿੱਲੀ ਦੇ ਵਿੱਚ ਬੈਠੇ ਨੇ, ਜਦੋਂ ਮੈਂ ਮਤਲਬ ਕਿ 98 ਦੇ ਵਿੱਚ ਇਹ ਗੱਲਾਂ ਕਰਦੇ ਹੁੰਦੇ ਸੀ ਅਸੀਂ 2000 ਦੇ ਵਿੱਚ, ਤਾਂ ਉਦੋਂ ਕੁਛ ਸਾਥੀ ਕਿਸਾਨ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਆਪ ਨੂੰ ਘੜੰਮ ਚੌਧਰੀ ਕਹਿਣਾ ਹੁੰਦਾ, ਮੈਂ ਉਹਨਾਂ ਨੂੰ ਜੱਟ ਕਹਾਉਂਦੇ ਨੇ, ਇਹ ਦੱਸਣਾ ਜ਼ਰੂਰੀ ਹੈ ਏਜੰਟ ਜੀ। ਤਾਂ ਉਸ ਟਾਈਮ 'ਤੇ ਪਤਾ ਕੀ ਕਹਿੰਦੇ ਹੁੰਦੇ ਸੀ, ਕਿਉਂਕਿ ਸਮਾਜ ਆ, ਜਿਹੜਾ ਸਮਾਜ ਹੈ ਇੰਡੀਆ, ਜਿਹੜਾ ਉਹਦੀ ਬਰਿਊ ਕੀ ਹੈ, ਉਹਦੀ ਅਸਲੀਅਤ ਕੀ ਹੈਗੀ, ਉਹ ਕੀ ਸਮਝਦੇ ਹੈ। ਅੱਜ ਅਸੀਂ ਪੈਦਾ ਕੀਤੀਆਂ ਕੁਦਰਤ ਨੇ, ਉੱਥੋਂ ਸਾਰੇ ਲੋਕ ਪੈਦਾ ਹੋਏ ਨੇ, ਉੱਥੇ ਹੀ ਲੇਡੀਜ਼ ਪੈਦਾ ਹੁੰਦੀ ਹੈ। ਇੱਕ ਲੇਡੀਜ਼ ਦੇ ਪੈਦਾ ਜਦੋਂ ਕੋਈ ਵੀ ਚੀਜ਼, ਦੋ ਚੀਜ਼ਾਂ ਦਾ ਮਿਲਾਪ ਹੁੰਦਾ ਹੈ ਤਾਂ ਤੀਜੀ ਚੀਜ਼ ਬਣਦੀ ਹੈ ਨਾ। ਜੇ ਦੋ ਚੀਜ਼ਾਂ ਦਾ ਮਿਲਾਪ ਹੋਊ ਤਾਂ ਤੀਜੀ ਚੀਜ਼ ਨੇ ਆਟੋਮੈਟਿਕ ਬਣਨੀ ਹੈ। ਉਹਦੀ ਸ਼ਕਲ ਦੇ ਹਿਸਾਬ ਨਾਲ ਬਣਦਾ ਕਿਸਾ ਹੁੰਦਾ। ਤਾਂ ਮਤਲਬ ਕੀ ਆ, ਅੱਜ ਵੀ ਜਿਹੜਾ ਸਮਾਜ ਆ ਸਾਡਾ, ਉਹ ਅੱਜ ਵੀ ਉਹ ਸਾਡੀ ਪ੍ਰਾਪਤੀ ਨਹੀਂ ਮੰਨਦਾ। ਅੱਛਾ ਭੀਮਪਾਲ ਜੀ, ਇੱਕ ਮੈਂ ਤੁਹਾਡੀ ਗੱਲ ਰੋਕਦਾ। ਤੁਸੀਂ ਯੂਨੀਅਨ ਦੇ ਵਿੱਚ ਕਾਫੀ ਸੰਘਰਸ਼ ਕੀਤਾ, ਸਾਨੂੰ ਪਤਾ ਲੱਗਿਆ ਤੁਸੀਂ ਨੇ ਕਾਫੀ ਅਚੀਵਮੈਂਟ ਕੀਤੀ ਹੈ। ਅੱਜ ਤੱਕ ਪੰਜਾਬ ਦੇ ਵਿੱਚ ਕੈਬਨਿਟ ਮੀਟਿੰਗ ਕਿਸੇ ਨੂੰ ਨਹੀਂ ਮਿਲੀ ਸੀਗੀ, ਇੱਥੋਂ ਤੱਕ ਕਿ ਵੱਡੀਆਂ ਵੱਡੀਆਂ ਜਥੇਬੰਦੀਆਂ ਨੂੰ ਵੀ ਨਹੀਂ ਮਿਲੀ ਸੀ। ਪਰ ਤੁਸੀਂ ਇਸ ਨਜ਼ਰੀਏ ਤੋਂ ਆਪਣੇ ਆਪ ਨੂੰ ਕਿਵੇਂ ਵੇਖਦੇ ਹੋ? ਇੱਕ ਨਾ ਉਹ ਗਰਜੰਟ ਜੀ ਦੱਸਿਆ ਗਾ, ਸਾਡੇ ਲੁਧਿਆਣੇ ਦੇ ਹੋਏ ਨੇ ਸਰਾਭੇ ਪਿੰਡ ਦੇ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਦਾ ਸਕੂਲ ਜਾਂ ਕਾਲਜ ਨੂੰ ਸਾਫ਼ ਕਰਨਾ, ਪਹਿਲੀ ਵਾਰੀ ਅਸੀਂ ਜਾ ਕੇ ਉਹਨਾਂ ਦੇ ਘਰ ਦੀ ਸਫਾਈ ਕੀਤੀ ਸੀ, ਕਰਤਾਰ ਸਿੰਘ ਸਰਾਭੇ ਦੀ। ਸੇਵਾ ਦੇਸ਼ ਦੀ ਜ਼ਿੰਦਗੀ ਹੈ, ਬੜੀ ਔਖੀ ਗੱਲਾਂ ਕਰਨੀਆਂ ਬੜੀਆਂ ਸਿਖਾਲੀਆਂ ਨੇ। ਉਹ ਮੀਟਿੰਗ ਦਾ ਜਿਹੜਾ ਜ਼ਰੀਆ ਸੀ, ਉਹ ਮੀਟਿੰਗ ਦੇ ਵਿੱਚ, ਉਹ ਮੀਟਿੰਗ ਸਾਨੂੰ ਨਹੀਂ ਮਿਲੀ, ਜਾਂ ਭੀਮਪਾਲ ਨੂੰ ਨਹੀਂ ਮਿਲੀ, ਜਾਂ ਅਵਿਨਾਸ਼ ਸ਼ਰਮਾ ਨੂੰ ਨਹੀਂ ਮਿਲੀ। ਉਹ ਮੀਟਿੰਗ ਦੇ ਵਿੱਚ ਇੰਨਾ ਜਜ਼ਬਾ ਆ ਗਿਆ ਸੀ, ਜੋ 2016 ਦਾ ਸੰਘਰਸ਼ ਲੜਿਆ ਗਿਆ ਸੀਗਾ, ਕਿ ਮੈਂ ਡਿਊਟੀ ਲੱਗੀ, ਸਾਥੀ ਮਤਲਬ ਕਿ ਹੋਰ ਵੀ ਸੀਗੇ, ਸੁਖਜੀਤ ਵਰਗੇ ਹੋਰ ਸਾਥੀ। ਤਾਂ ਪਿੰਡਾਂ ਦੇ ਵਿੱਚ ਜਦੋਂ ਸਾਡਾ ਵਰਕ ਹੋਇਆ ਤਾਂ ਲੋਕ ਹੱਲੇ। ਅਸੀਂ ਪਿੰਡਾਂ ਦੇ ਵਿੱਚ ਰੋਡ 'ਤੇ ਜਦੋਂ ਕੰਮ ਕੀਤਾ, ਥੱਲੇ ਤੋਂ ਕੰਮ ਕੀਤਾ, ਨਿਉਂ ਪੱਟਣ ਦਾ ਕੰਮ ਕੀਤਾ, ਤਾਂ ਬਹੁਤ ਹੀ ਮਤਲਬ ਮੈਂ ਸਤਿਕਾਰ ਕਰਦਾ ਪ੍ਰਕਾਸ਼ ਸਿੰਘ ਬਾਦਲ ਤੱਕ, ਮਤਲਬ ਉਸ ਟਾਈਮ 'ਤੇ ਹਿੱਲ ਗਈ ਸੀ ਸਰਕਾਰ। ਮੀਟਿੰਗ ਮਿਲੀ ਸੀ, ਉਹ ਲੈਟਰ ਸੀ ਜਿਹੜਾ ਮੀਟਿੰਗ ਦਾ, ਉਹ ਵੀ ਮਤਲਬ ਮੀਤ ਪ੍ਰਧਾਨ ਹੋਣ ਦੇ ਨਾਤੇ ਜ਼ਿਲ੍ਹੇ 'ਤੇ ਮੇਰੇ ਨਾਂ 'ਤੇ ਆਇਆ ਸੀ। ਪਰ ਉਹ ਮੀਟਿੰਗ ਦੇ ਵਿੱਚ ਐਂਟਰੀ ਮੈਂ ਨਹੀਂ ਕੀਤਾ, ਉਹਦੇ ਵਿੱਚ ਮੇਰੇ ਸਾਥੀ ਦੂਸਰੇ ਸੀ, ਕਿਉਂਕਿ ਮੈਨੂੰ ਹਮੇਸ਼ਾ ਹੀ ਉਤਸ਼ਾਹ ਹੁੰਦਾ ਕਿ ਯਾਰ ਦੂਸਰਾ ਕੋਈ ਨੌਜਵਾਨ ਸਾਥੀ ਯੂਥ ਆਵੇ, ਜਿਹੜਾ ਮੈਥੋਂ ਵੱਧ ਪੜ੍ਹਿਆ ਲਿਖਿਆ ਹੈ ਨਾ, ਜਿਹੜਾ ਸਰਕਾਰ ਦੀ ਗੱਲ ਨੂੰ ਵੱਧ ਮੈਚ 'ਤੇ ਟੈਕਸ ਕਰ ਸਕਦਾ। ਤਾਂ ਉੱਥੇ ਗਏ, ਤਾਂ ਉਹ ਮੀਟਿੰਗ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਮਿਲਿਆ ਸਾਨੂੰ। 5 ਮੰਗਾਂ ਸੀਗੀਆਂ ਜਿਹੜੀਆਂ ਉਹ ਅਸੀਂ ਲੈ ਕੇ ਆਏ ਜੀਵਨ ਦੀਆਂ, ਉਹਦਾ ਰਿਜ਼ਲਟ ਬਹੁਤ ਵਧੀਆ ਰਿਹਾ। ਅਤੇ ਅੱਛਾ ਭੀਮਪਾਲ ਜੀ, ਇੱਕ ਗੱਲ ਹੋਰ ਦੱਸੋ, ਤੁਹਾਨੂੰ ਇਹ ਜਿਹੜੀ ਚੇਟਕ ਲੱਗੀ ਹੈ ਸਮਾਜ ਸੁਧਾਰਕ ਦੀ, ਅੰਗਹੀਣ ਯੂਨੀਅਨ ਦੇ ਵਿੱਚ ਕੰਮ ਕਰਨ ਦੀ, ਸਮਾਜ ਦੇ ਵਿੱਚ ਹੋ ਰਹੀਆਂ ਕੁਰੀਤੀਆਂ ਬਾਰੇ ਸਰਕਾਰ ਨੂੰ ਜਾਣਕਾਰੀ ਦੇਣ ਦੀ, ਜਾਂ ਅੰਗਹੀਣ ਸਮਾਜ ਦੇ ਵਿੱਚ ਵਿਚਰ ਰਹੇ ਡਿਸੇਬਿਲਿਟੀ ਪਰਸਨ ਜੋ ਹਨ, ਉਹਨਾਂ ਲਈ ਤੁਸੀਂ ਕੀ ਕਰਨਾ ਚਾਹੋਗੇ? ਸਰਕਾਰ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੇਰਾ ਸੰਦੇਸ਼ ਤਾਂ ਇਹੀ ਹੈ ਸਰਕਾਰ ਨੂੰ, ਕਿਉਂਕਿ ਲੈਬ ਵੀ ਹੋ ਚੁੱਕੇ ਹੈ, ਅਤੇ ਬਹੁਤ ਹੀ ਸਮਝਦਾਰ ਪੰਜਾਬ ਦੇ ਮੁੱਖ ਮੰਤਰੀ, ਜਿਨ੍ਹਾਂ ਨੇ ਲਾਅ ਦੀ ਡਿਗਰੀ ਵੀ ਪ੍ਰਾਪਤ ਕੀਤੀ ਹੈ, ਉਹ ਮੰਗ ਪੱਤਰ ਵੀ ਪ੍ਰਾਪਤ ਕਰ ਚੁੱਕੇ ਨੇ ਸਾਡਾ ਮੌੜ ਮੰਡੀ ਤੋਂ, ਉਹਨਾਂ ਦੇ ਡੈਸਕ ਦੇ ਉੱਤੇ ਪਹੁੰਚ ਚੁੱਕਿਆ ਹੈਗਾ। ਖੁਦ ਮੁੱਖ ਮੰਤਰੀ ਨੇ ਆਪਣੇ ਕਰ ਕਮਲਾਂ ਨਾਲ ਜਿਹੜਾ ਮੰਗ ਪੱਤਰ ਸੀ ਅੰਗਹੀਣਾਂ ਦਾ, ਫਿਜ਼ੀਕਲ ਹੈਂਡੀਕੈਪਟ ਯੂਨੀਅਨ ਦਾ, ਜਿਹਦੇ ਵਿੱਚ ਸਾਥੀ ਮੌੜ ਜਥੇਬੰਦੀ ਵੱਲੋਂ ਦਿੱਤਾ ਗਿਆ, ਗੁਲਾਬ ਸਿੰਘ ਜੀ ਉਹਦੀ ਅਗਵਾਈ ਕਰ ਰਹੇ ਸੀ। ਤਾਂ ਮੈਂ ਤਾਂ ਇਹ ਕਹਿ ਰਿਹਾ ਵੀ ਜਿਹੜੀ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਵਾਧਾ ਕੀਤਾ ਸੀ, ਮੰਥਲੀ ਪੰਜਾਬ ਗੌਰਮੈਂਟ ਤਾਂ 3000 ਰੁਪਈਆ ਮੰਥਲੀ ਦੇ ਸਕਦੀ ਹੈ ਨਾ। ਚਲੋ ਗੋਆ ਦੀ ਤਰਜ਼ 'ਤੇ ਤੁਸੀਂ ਨਹੀਂ ਦਿੰਦੇ 3500 ਰੁਪਈਆ, ਜਿਹੜੀ ਉਹਦੀ ਪੈਨਸ਼ਨ ਹੈ। ਅੱਛਾ ਹੁਣ ਜਿਹੜੀ ਅਸਲ ਦੇ ਵਿੱਚ ਤਾਂ ਰੁਜ਼ਗਾਰ ਹੈ,
ਕਿਉਂਕਿ ਜੇ ਸੰਵਿਧਾਨ ਨੂੰ ਮੰਨਦੇ ਹੋ, ਜੇ ਤੁਸੀਂ ਜਾ ਕੇ ਮਤਲਬ ਡੇਰੇ ਬੱਲਾਂ ਜਾਂਦੇ ਹੋ ਮਤਲਬ ਕਿ ਕੋ ਸੁਣਵਾਈ ਦੇ ਵਿੱਚ ਜਾ ਰਹੇ ਹੋ, ਤੁਸੀਂ ਉਸ ਗਰੀਬੀ ਦੇ ਵਿੱਚ ਰਿਕ ਰਿਹਾ ਹੈ ਕਿਉਂਕਿ ਜਿਹੜਾ ਸਾਡਾ ਕੋਟਾ ਪਿਆ ਮੰਥਲੀ। ਮੈਂ ਪਿਲਸਨ ਨੂੰ ਕੁਛ ਨਹੀਂ ਮੰਨਦਾ ਕਿਉਂਕਿ ਮੈਂ ਖੁਦ ਆਪ ਇਲੈਕਟ੍ਰੀਸ਼ੀਅਨ ਇੰਜੀਨੀਅਰ ਹਾਂ। ਜੋ ਸਾਡੀ ਯੋਗਤਾ ਹੈ, ਜਿੱਥੇ ਅਸੀਂ ਫਿੱਟ ਬੈਠਦੇ ਹਾਂ, ਪਹਿਲੀ ਗੱਲ ਤਾਂ ਸਾਨੂੰ ਰੁਜ਼ਗਾਰ ਦੇਵੇ ਸਰਕਾਰ। ਜਿੰਨਾ ਚਿਰ ਸਾਨੂੰ ਰੁਜ਼ਗਾਰ ਨਹੀਂ ਦਿੰਦੀ ਉਹਨਾਂ ਚਿਰ ਸਾਨੂੰ ਪੰਜਾਬ ਗੌਰਮੈਂਟ ਅੱਜ ਦੀ ਮਹਿੰਗਾਈ ਦੇ ਮੁਤਾਬਕ ਕਮ ਸੇ ਕਮ ਮਤਲਬ ਕਿ 5000 ਰੁਪਇਆ ਪਿਲਸਨ ਦੇਵੇ ਅੱਜ ਜੋ ਬਣਦੀ ਆ ਅੰਗਹੀਣਾਂ ਦੀ। ਅੱਛਾ ਭੀਮਪਾਲ ਜੀ, ਅੰਗਹੀਣਾਂ ਦੀਆਂ ਮੁਸ਼ਕਲਾਂ ਹੋਰ ਕੀ ਕੀ ਨੇ? ਅੰਗਹੀਣਾਂ ਦੀ ਕਹਿਣਾ ਚਾਹੂੰਗਾ ਉਹਨਾਂ ਬਾਰੇ। ਅੰਗਹੀਣਾਂ ਦੀ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਮੈਂ ਦੇਖ ਰਿਹਾ, ਜਿਹੜੀ ਮੈਂ ਤੁਹਾਨੂੰ ਗੱਲ ਪਹਿਲਾਂ ਕਰਦਾ ਸੀ, ਤੁਸੀਂ ਉਹਦੇ ਵਿੱਚ ਮੈਨੂੰ ਟੋਕਤਾ ਸੀ। ਸਭ ਤੋਂ ਪਹਿਲੀ ਗੱਲ ਆ ਮਾਨ ਸਨਮਾਨ। ਮੈਂ ਬਹੁਤ ਰਿਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ, ਜਿਨ੍ਹਾਂ ਨੇ ਉਹਨਾਂ ਨੇ 2016 ਦੇ ਵਿੱਚ ਇੱਕ ਐਕਟ ਬਣਾਇਆ, ਪਰ ਸੋਧ ਕਰਨੀ ਚਾਹੀ ਸੀ ਉਹਨਾਂ ਨੇ। ਆਪਾਂ ਉਹ ਸੋਧ ਤੁਹਾਨੂੰ ਵੀ ਪਤਾ ਕਿ ਯੂਟਿਊਬ ਦੇ ਉੱਤੇ ਅੱਜ ਸੋਸ਼ਲ ਮੀਡੀਆ ਉਹ ਸੋਧ ਨਹੀਂ ਹੋਈ ਜਿਹੜਾ ਸਾਡਾ ਐਕਟ ਬਣਿਆ। ਜਿਵੇਂ ਕੋਈ ਸਾਨੂੰ ਕੋਈ ਲੰਗੜਾ ਨਹੀਂ ਕਹਿ ਸਕਦਾ ਹੈ ਨਾ, ਕਿਉਂਕਿ ਮੈਂ ਸੌਰੀ ਮੰਗਦਾ, ਫੀਲ ਕਰਦਾ ਪੰਜਾਬ ਦੇ ਅੰਗਹੀਣ ਸਾਥੀਆਂ ਤੋਂ, ਕਿਉਂਕਿ ਮੈਨੂੰ ਪੰਜਾਬੀ 'ਚ ਦੱਸਣਾ ਪੈਣਾ ਹੈ, ਤੁਹਾਨੂੰ ਹਿੰਦੀ 'ਚ ਦੱਸਣਾ ਪੈਣਾ, ਕਿਉਂਕਿ ਕੋਈ ਗੱਲਾਂ ਹੁੰਦੀਆਂ ਨੇ ਸਾਡੇ ਮੂੰਹ 'ਤੇ ਕਹਿ ਦਿੰਦੇ ਨੇ ਲੋਕ ਵੀ ਪਹਿਲੀ ਗੱਲ ਹੈ ਜਿਹੜੀ ਜਿਹਦੇ ਵਾਸਤੇ ਸਾਡੇ ਮਤਲਬ ਸ਼ਹੀਦ ਭਗਤ ਸਿੰਘ ਨੇ ਕਿਹਾ ਮਾਣ ਸਨਮਾਨ ਹੋਣਾ ਬਹੁਤ ਜ਼ਰੂਰੀ ਹੈ। ਦੂਜੇ ਨੰਬਰ 'ਤੇ ਜਦੋਂ ਹੈਂਡੀਕੈਪਟ ਪੜ੍ਹ ਰਿਹਾ ਹੈ ਉਹਦੀ ਐਜੂਕੇਸ਼ਨ ਟੌਪ ਦੀ ਮਤਲਬ ਹੋਣੀ ਚਾਹੀਦੀ ਹੈ। ਜੇ ਅੰਗਹੀਣ ਆ ਉਹ, ਅੱਜ ਤੁਸੀਂ ਓਵਰਏਜ ਹੋ ਗਏ, ਸਰਕਾਰ ਨੇ ਸਾਡੀਆਂ ਪੋਸਟਾਂ ਨਹੀਂ ਕੱਢੀਆਂ, ਤਾਂ ਸਾਡੇ ਬੱਚਿਆਂ ਦਾ ਜਿਹੜੀ ਪੜ੍ਹਾਈ ਹੈ CBSE ਬੋਰਡ ਦੀ, ਉਹ ਸਾਡੇ ਬੱਚਿਆਂ ਦੀ ਪੜ੍ਹਾਈ ਹੈ ਜਿਹੜੀ ਟੋਟਲ ਫ੍ਰੀ ਹੋਣੀ ਚਾਹੀਦੀ ਹੈ। ਔਰ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਸਾਡੇ ਅੰਗਹੀਣ ਨੇ ਉਹਨਾਂ ਨੂੰ ਸਰਕਾਰ ਪੀਣ ਵਾਲਾ ਪਾਣੀ ਫ੍ਰੀ ਦੇਵੇ। ਅੱਛਾ ਭੀਮਪਾਲ ਜੀ, ਇੱਕ ਗੱਲ ਹੋਰ ਵੀ ਤੁਹਾਨੂੰ ਗਵਰਨਮੈਂਟ ਕਿਹੜੀਆਂ ਫੈਸਿਲਿਟੀਆਂ ਦੇ ਰਹੀ ਹੈ ਔਰ ਕਿਹੜੀਆਂ ਦੀ ਤੁਹਾਨੂੰ ਜ਼ਰੂਰਤ ਹੈ ਜਿਹੜੀਆਂ ਉਹ ਦੇ ਨਹੀਂ ਰਹੀ? ਦੇਖੋ, ਸਭ ਤੋਂ ਪਹਿਲਾਂ ਤਾਂ ਮਨੁੱਖ ਨੂੰ ਕੀ ਚਾਹੀਦਾ ਹੈ, ਮੈਂ ਪਹਿਲਾਂ ਕਰਕੇ ਹਟਿਆ, ਪਾਣੀ ਚਾਹੀਦਾ ਨਾ। ਪਾਣੀ ਜ਼ਰੂਰੀ ਹੈ ਨਾ ਜੀ ਹਾਂਜੀ, ਕਿਉਂਕਿ ਪਾਣੀ ਤੋਂ ਬਿਨਾਂ ਤਾਂ ਕੁਛ ਨਹੀਂ ਬਣਦਾ। ਹਾਂਜੀ ਹਾਂਜੀ, ਪਾਣੀ ਤੋਂ ਬਾਅਦ ਕੀ ਆਉਂਦਾ ਹੈ? ਭੋਜਨ ਆਉਂਦਾ ਉਹਦਾ। ਹਾਂਜੀ ਠੀਕ ਹੈ। ਹੁਣ ਇਹੋ ਜਿਹੇ ਅੰਗਹੀਣ ਨੇ ਜਿਨ੍ਹਾਂ ਕੋਲੇ ਮਤਲਬ ਕਿ ਕਿੱਲਾ 1.5 ਕਿੱਲਾ ਜ਼ਮੀਨ ਹੈ। ਹਾਂਜੀ ਹਾਂਜੀ, ਠੀਕ ਹੈ। ਉਹਨਾਂ ਦੇ ਘਰ ਦੇ 6 ਜੀ ਨੇ। ਹਾਂਜੀ ਉਹਨਾਂ ਨੂੰ ਤਾਂ ਮਤਲਬ ਜਿਹੜਾ ਐਕਟ ਪਾਸ ਕੀਤਾ 2013 ਦਾ, ਹਾਂਜੀ ਹਾਂਜੀ, ਮਤਲਬ ਕਿ ਸਾਡਾ ਪਾਸ ਕੀਤਾ ਗਿਆ ਸਰਕਾਰ ਨੇ, ਉਹਨਾਂ ਦਾ ਤਾਂ ਮਤਲਬ ਹਾਲੇ ਤੱਕ ਉਹਨਾਂ ਨੂੰ ਡਿਪੂ ਤੋਂ ਕਣਕ ਹੀ ਨਹੀਂ ਮਿਲਦੀ ਹਾਂਜੀ ਅੰਗਹੀਣਾਂ ਨੂੰ। ਹਾਂਜੀ ਹਾਂਜੀ, ਹੁਣ ਇੱਕ ਅੰਗਹੀਣ ਲੇਡੀਜ਼ ਹੈ, ਹਾਂਜੀ ਦੋਨੇ ਲੱਤਾਂ ਤੋਂ ਪਾਜ ਹੈ, ਡਬਲ MA ਹੈ, ਹਾਂਜੀ, ਉਹਦੇ ਨਾਲ ਸਹੀ ਸਲਾਮਤ ਮੁੰਡੇ ਨੇ ਮੈਰਿਜ ਕਰਾ ਲਈ। ਅੱਛਾ ਜੀ, ਠੀਕ ਹੈ। ਔਰ ਮੈਰਿਜ ਕਰਾ ਲਈ ਤੇ ਅੱਜ ਤੱਕ ਉਹਨੂੰ ਨੌਕਰੀ ਨਹੀਂ ਮਿਲੀ ਤੇ ਉਸ ਦੇ ਘਰ ਦਾ ਬਿੱਲ ਕਿੰਨਾ ਆਉਂਦਾ? 5000 ਰੁਪਈਆ। ਅੱਛਾ ਜੀ, ਇਹ ਸਰਕਾਰ ਵਰਤੇਰਾ ਨਹੀਂ ਕਰ ਰਹੀ? ਹਾਂਜੀ ਇਹ ਵਰਤੇਰਾ ਨਾ। ਅਸੀਂ ਵੀ ਅੰਗਹੀਣ ਇੱਕ ਵਰਗ ਹੈ, ਜੋ ਮੇਰੀ ਸੋਚ ਹੈ, ਜੋ ਮੈਂ ਚਾਹੁੰਦਾ ਕਿ ਪੂਰਾ ਅੰਗਹੀਣ ਭਾਰਤ ਦਾ ਇੱਕ ਵਰਗ ਪੈਦਾ ਕਰੇ। ਜਿਵੇਂ ਬਾਬਾ ਸਾਹਿਬ ਨੇ SC ST ਐਕਟ ਤੁਸੀਂ ਪੜ੍ਹਿਆ ਨਾ, SC ST OBC ਮਾਈਨੋਰਟੀ, ਸਿੱਖ, ਮੁਸਲਮਾਨ, ਈਸਾਈ, ਜੈਨੀ, ਇਹਨਾਂ ਨੂੰ ਵਜ਼ੀਫਾ ਮਿਲਦਾ ਹੈ। ਹੁਣ ਸਾਨੂੰ ਅੰਗਹੀਣ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਵਜ਼ੀਫਾ ਮਿਲਦਾ ਹੈ, ਪਰ ਉਹ ਵਜ਼ੀਫਾ ਕਿੱਥੇ ਮਿਲਦਾ ਹੈ? ਇੱਕ ਵਿਦਿਆਰਥੀ ਅੰਗਹੀਣ ਹੈ, ਇੱਕ ਵਿਦਿਆਰਥੀ SC ਵੀ ਹੈ, ਅੰਗਹੀਣ ਵੀ ਹੈ। ਇੱਕ ਵਿਦਿਆਰਥੀ ਅੰਗਹੀਣ ਹੈ ਜੀ, ਤੁਸੀਂ ਤਾਂ ਪੰਡਤ ਹੋ ਜੀ, ਤੁਸੀਂ ਤਾਂ ਜਾਟ ਹੋ, ਉਹ ਤਾਂ ਇਹ ਠੋਕਿਆ ਜਾਂਦਾ ਨਹੀਂ। ਉਹਦਾ ਜੋ ਐਕਟ ਹੈ, ਜੋ ਰਾਈਟ ਹੈ 1995 ਦੇ ਵਿੱਚ ਦਿੱਤਾ ਗਿਆ ਉਹਨੂੰ, ਜਾਂ 1699 ਦਾ 2016 ਦਾ ਐਕਟ ਹੈ, ਉਹਦੇ ਵਿੱਚ ਬਾਕਾਇਦਾ ਉਹਦੀ ਜਾਤ ਨਹੀਂ ਲਿਖੀ ਨਾ, ਉਹ ਵਿਕਲਾਂਗ ਹੈ। ਅੱਛਾ, ਇੱਕ ਗੱਲ ਤੁਸੀਂ ਕਹੀ ਹੈ ਵੀ ਅਸੀਂ ਹੈਂਡੀਕੈਪਟ ਵੀ ਹਾਂ, SC ਵੀ ਹਾਂ, ਆਰਥਿਕ ਤੌਰ 'ਤੇ ਪਛੜੇ ਵੀ ਹੋਏ ਆ। ਹਾਂ। ਕੀ ਤੁਹਾਡੀ ਸਰਕਾਰ ਅੰਗਹੀਣ ਸ਼ਡਿਊਲ ਕਾਸਟਾਂ ਦੀ ਅਲੱਗ ਪਛਾਣ ਕਰਕੇ ਕੋਈ ਫੈਸਿਲਿਟੀ ਨੌਕਰੀਆਂ ਦੇ ਵਿੱਚ, ਬੱਚਿਆਂ ਦੀ ਪੜ੍ਹਾਈ ਵਿੱਚ ਜਾਂ ਕਿਸੇ ਹੋਰ ਕਿਸਮ ਦੀ ਅੱਜ ਤੱਕ ਮਿਲੀ ਹੈ? ਜੇ ਨਹੀਂ ਮਿਲੀ ਤਾਂ ਕੀ ਤੁਸੀਂ ਮੰਗ ਕਰਦੇ ਹੋ? ਦੇਖੋ, ਉਹ ਸਿਰਫ SC ਦਾ ਵਜ਼ੀਫਾ ਦੇ ਰਹੇ। SC ਦਾ ਵਜ਼ੀਫਾ ਕਿਹਨੂੰ ਮਿਲਿਆ? ਭੈਣ ਮਾਇਆਵਤੀ। ਮੈਂ ਬਹੁਤ ਸਤਿਕਾਰ ਕਰਦਾ ਸੀ ਕਿਉਂਕਿ ਮਾਨਵ ਸਾਹਿਬ ਸ਼੍ਰੀ ਕਾਸੀ ਰਾਮ ਦਾ ਮੈਂ ਫੈਨ ਹਾਂ, ਇੱਕ ਵਿਚਾਰਧਾਰਾ ਦਾ ਫੈਨ ਹੈ। ਭੈਣ ਮਾਇਆਵਤੀ ਨੇ ਕਿਹਦੇ ਨਾਲ ਸਮਝੌਤਾ ਕੀਤਾ? ਹੁਣ ਸ਼੍ਰੋਮਣੀ ਅਕਾਲੀ ਦਲ ਨਾਲ। ਸ਼੍ਰੋਮਣੀ ਅਕਾਲੀ ਦਲ ਦਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ, ਜਿਹੜਾ ਜੇਲ੍ਹ 'ਚ ਪੜ੍ਹਿਆ, ਇਕੱਲੀ ਪੰਜਾਬੀ ਨੂੰ ਪੂਰੀ ਨਹੀਂ ਲਿਖਣੀ ਆਉਂਦੀ, ਉਦੋਂ ਸਿੱਖਿਆ ਮੰਤਰੀ ਸੀ 2002 ਦੇ ਵਿੱਚ। ਜੇ ਉਹ ਘਪਲਾ ਨਾ ਕਰਦਾ ਤਾਂ ਅੱਜ ਭੀਮਪਾਲ ਐਡਵੋਕੇਟ ਹੁੰਦਾ। ਐਡਵੋਕੇਟ ਮੈਂ ਕਿਉਂ ਬਣਨਾ ਚਾਹੁੰਦਾ ਸੀ? ਆਪਣੇ ਸਮਾਜ ਲਈ, ਆਪਣੇ ਅੰਗਹੀਣ ਭਰਾਵਾਂ ਲਈ, ਕਿ ਸਾਡਾ ਕੋਈ ਰਾਈਟ ਨਾ ਮਾਰ ਜੇ। ਸਿੱਖਿਆ ਮੰਤਰੀ ਤੋਤਾ ਸਿੰਘ ਨੇ ਸਾਡੇ ਵਜ਼ੀਫੇ ਦੇ ਵਿੱਚ ਘਪਲਾ ਕੀਤਾ। ਹੁਣ ਇਹ ਕਹਿੰਦੇ ਨੇ ਕੋਲੋਸਿਪ ਆ ਗਈ। ਕੋਲੋਸਿਪ ਕੀ ਮਤਲਬ? ਬਾਬਾ ਸਾਹਿਬ ਨੇ ਵਜ਼ੀਫਾ ਲਿਖਿਆ, ਕਿਉਂਕਿ ਸ਼ਬਦਾਂ ਵਿੱਚ ਬਹੁਤ ਵੱਡਾ
ਏਰ ਫੇਰ ਹੁੰਦਾ ਸਰ ਗੁਰਜੰਟ ਜੀ। ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸ਼ਬਦ ਨੇ ਨਾ ਉਹੀ ਹਥਿਆਰ ਹੁੰਦੇ ਨੇ ਤੁਹਾਡੇ, ਕਿਉਂਕਿ ਸ਼ਬਦ ਸਾਡੇ ਹੁਣ ਸਾਨੂੰ ਤਾਂ ਹੈਂਡੀਕੈਪਟ ਹੈ ਜਿਹੜੇ, ਅਸੀਂ ਘਰੋਂ ਜਦੋਂ ਪੜ੍ਹਨ ਜਾਂਦੇ ਸੀ ਨਾ ਸਾਨੂੰ ਪਤਾ ਕੀ ਕਹਿੰਦੇ ਹੁੰਦੇ ਸੀ, ਯਾਰ ਇਹਨੂੰ ਪੜ੍ਹਾ ਕੇ ਕੀ ਕਰੋਗੇ, ਇਹਨੇ ਕਿਹੜਾ DC ਲੱਗਣਾ। ਸਾਡੇ ਸਮਾਜ ਦਾ, ਸਾਡੇ ਪਰਿਵਾਰ ਦਾ ਇਹ ਹਾਲਤ ਆ। ਸਾਡਾ ਸਮਾਜ ਵੀ ਸਾਨੂੰ ਫੋਲੋ ਨਹੀਂ ਕਰਦਾ ਨਾ, ਸਾਡਾ ਸਮਾਜ ਹੀ ਨਹੀਂ ਫੋਲੋ ਕਰ ਰਿਹਾ ਸਾਨੂੰ। ਉਹ ਵੀ ਕਹਿੰਦੇ ਯਾਰ ਇਹ ਪੜ੍ਹ ਕੇ ਕਿਹੜਾ DC ਲੱਗੂਗਾ, ਇਹਨੂੰ ਘਰੇ ਬਹਾਓ। ਹੁਣ ਦੇਖੋ ਇੱਕ ਟਰਾਈਸਾਈਕਲ ਪਿੱਛੇ ਸਾਨੂੰ ਕਿੰਨੀਆਂ ਲੇਲਣੀਆਂ ਕੱਢਣੀਆਂ ਪੈਂਦੀਆਂ ਨੇ ਪੰਜਾਬ ਦੇ ਵਿੱਚ। ਇੱਕ ਟਰਾਈਸਾਈਕਲ ਪਿੱਛੇ ਉਹ ਕਦੋਂ ਮਿਲੂਗਾ ਜੀ? 26 ਜਨਵਰੀ ਨੂੰ, 15 ਅਗਸਤ ਨੂੰ। ਅੱਛਾ ਜੀ, ਟਰਾਈਸਾਈਕਲ ਲੈਣ ਵਾਸਤੇ ਕਿਹਦੇ ਕੋਲੇ ਜਾਣਾ ਪੈਂਦਾ ਤੁਹਾਨੂੰ ਫਿਰ? ਟਰਾਈਸਾਈਕਲ ਦਾ ਤਾਂ ਇਹਨੇ ਮੀਣਾ ਲਾਇਆ ਹੁੰਦਾ ਵੀ ਤੁਸੀਂ 1 ਮਹੀਨਾ ਪਹਿਲਾਂ ਅਰਜ਼ੀਆਂ ਦਿਓ, ਡਿਪਟੀ ਕਮਿਸ਼ਨਰ ਕੋਲੇ ਜਾਣਾ ਪੈਂਦਾ ਹੈ, ਰੈੱਡ ਕਲਾਸ ਕੋਲੇ। ਅੱਛਾ, ਰੈੱਡ ਕਲਾਸ ਬਣਿਆ ਕਿਹਦੇ ਲਈ ਹੈ? ਵਿਧਵਾ ਲਈ ਬਣਿਆ, ਅੰਗਹੀਣਾਂ ਲਈ ਬਣਿਆ। ਅਤੇ ਉਹਦਾ ਸੈਕਟਰੀ ਆ ਜਿਹੜਾ ਇੰਨੀਆਂ ਤਨਖਾਹਾਂ ਲੈਂਦੇ ਨੇ ਜਿਹੜੇ ਉਹਨਾਂ ਦੇ ਮੁਲਾਜ਼ਮ, ਉਹਨਾਂ ਨੂੰ ਪਤਾ ਨਹੀਂ ਉਹ ਫਿਰ ਕਾਹਦੇ ਵਾਸਤੇ ਲੈ ਰਹੇ ਨੇ ਵੀ। ਠੀਕ ਹੈ। ਉਹਨਾਂ ਨੂੰ ਉਹ ਤਾਂ ਰੈੱਡ ਕਲਾਸ ਨੇ ਟਿਲੀਅਲ ਕਰਨਾ, ਡਿਪਟੀ ਕਮਿਸ਼ਨਰ ਨੇ ਥੋੜ੍ਹੀ ਕਰਨਾ। ਜਦੋਂ ਰੈੱਡ ਕਲਾਸ ਇੱਕ ਅਲੱਗ ਸੱਤਾ ਬਣੀ ਹੋਈ ਹੈ, ਉਹਨੂੰ ਚਲਾਉਂਦਾ ਕੌਣ ਹੈ? ਡਿਪਟੀ ਕਮਿਸ਼ਨਰ ਚਲਾਉਂਦਾ। ਕਿਉਂ ਚਲਾਉਂਦਾ ਉਹਨੂੰ ਡਿਪਟੀ ਕਮਿਸ਼ਨਰ? ਅੱਛਾ, ਇੱਕ ਗੱਲ ਹੋਰ, ਤੁਸੀਂ ਅੰਗਹੀਣ ਯੂਨੀਅਨ ਦੇ ਵਿੱਚ ਰਹਿੰਦੇ ਹੋਏ ਕੀ ਪ੍ਰਾਪਤੀਆਂ ਕੀਤੀਆਂ? ਅੰਗਹੀਣ ਯੂਨੀਅਨ ਦੇ ਉੱਤੇ ਰਹਿੰਦੇ ਹੋਏ ਜੋ ਸਾਡਾ ਇਤਿਹਾਸ ਹੈ, ਕਿਉਂਕਿ ਇੱਕ ਮਾਂ ਹੁੰਦੀ ਹੈ ਇਨਸਾਨ ਦੀ ਧਰਤੀ, ਇੱਕ ਮਾਂ ਹੁੰਦੀ ਹੈ ਜਨਮ ਦੇਣ ਵਾਲੀ ਗੱਲ। ਅਤੇ ਮੈਂ ਤੀਜੀ ਮਾਂ ਜਿਹੜੀ ਮੰਨਦਾ ਆਪਣੀ, ਉਹ ਫਿਜ਼ੀਕਲ ਹੈਂਡੀਕੈਪਟ ਯੂਨੀਅਨ ਨੂੰ ਮੰਨਦਾ, ਜਿਹਨੇ ਕਿ 100% ਤੋਂ ਪਹਿਲਾਂ ਪਿਲਸਨ ਲੱਗਦੀ ਹੁੰਦੀ ਸੀ ਸਾਡੀ। 100% ਜਿਹੜਾ ਹੈਂਡੀਕੈਪਟ ਹੁੰਦਾ ਸੀ ਉਹਦੀ ਪਿਲਸਨ ਲੱਗਦੀ ਸੀ, ਉਹ 50 ਰੁਪਏ ਹੁੰਦੀ ਸੀ ਉਦੋਂ। ਅੱਜ ਜਿਹੜੀ ਪੰਜਾਬ ਦੇ ਵਿੱਚ ਇਸ ਯੂਨੀਅਨ ਦੀ ਬਦੌਲਤ, ਜਿਹੜੇ ਕਿ ਅੱਜ ਮੰਥਲੀ 1500 ਰੁਪਇਆ ਕੀਤੀ ਉਹਨਾਂ ਨੇ, ਇਹ ਪ੍ਰਾਪਤੀ ਹੋਈ। 2016 ਦਾ ਐਕਟ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਪੰਜਾਬ ਦੀ ਧਰਤੀ ਦੇ, ਮਾਨਸਾ ਜ਼ਿਲ੍ਹੇ ਦੀ ਧਰਤੀ ਦੇ ਉੱਤੇ ਸੰਘਰਸ਼ ਹੋਇਆ ਸੀ, ਉਹਦੀ ਬਦੌਲਤ ਮਿਲਿਆ, ਜਿਹਦੇ ਵਿੱਚ ਸੰਗਰੂਰ ਵਾਲਿਆਂ ਦਾ ਯੋਗਦਾਨ ਸੀ, ਜਿਹਦੇ ਵਿੱਚ ਪਟਿਆਲੇ ਦਾ ਯੋਗਦਾਨ ਸੀ, ਜਿਹਦੇ ਵਿੱਚ ਬਰਨਾਲੇ ਵਾਲਿਆਂ ਦਾ ਯੋਗਦਾਨ ਸੀ, ਅੰਮ੍ਰਿਤਸਰ ਕਪੂਰਥਲਾ ਦਾ ਸਾਥੀਆਂ ਦਾ ਕੋਈ ਨਹੀਂ ਉਸ ਟਾਈਮ 'ਤੇ ਆਇਆ। ਮਤਲਬ ਕਿ ਬਹੁਤ ਵੱਡਾ ਯੋਗਦਾਨ ਸੀ। ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ, ਜਿਹੜੀ ਸਾਨੂੰ ਮਾਣ ਸਨਮਾਨ ਦੀ ਲੜਾਈ ਫਿਜ਼ੀਕਲ ਹੈਂਡੀਕੈਪਟੇਸ਼ਨ ਦੇ ਪਲੇਟਫਾਰਮ ਤੋਂ ਮਿਲੀ ਹੈ, ਕਿਉਂਕਿ ਪਹਿਲਾਂ ਸਨਮਾਨ ਹੋਣਾ ਚਾਹੀਦਾ ਹੈ। ਅਤੇ ਮੈਂ ਇਹੀ ਬੇਨਤੀ ਕਰਦਾ ਕਿ ਮੁੱਖ ਮੰਤਰੀ ਚੰਨੀ ਜੀ ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਲੈਤਾ ਕਿ ਜੀ ਪਿੰਡਾਂ ਦੇ ਵਿੱਚ ਰਹਿਣ ਵਾਲੇ ਨੇ ਹੈ ਨਾ ਜਿਹੜੇ ਪਾਣੀ ਦਾ, ਅਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਸਾਡੇ ਹੈਂਡੀਕੈਪਟ ਭਰਾ ਕਿਸਾਨੀ ਨਾਲ ਵੀ ਨੇ, ਮਤਲਬ ਮੈਂ ਕਿਸਾਨੀ ਵਰਤਦਾ ਹੁੰਦਾ, ਉਹਨਾਂ ਕੋਲ 2-2.5 ਕਿੱਲੇ ਜ਼ਮੀਨ ਹੋਊਗੀ, ਉਹਨਾਂ ਦਾ ਵੀ ਬਿੱਲ ਮਾਫ ਹੋਣਾ ਚਾਹੀਦਾ ਜਿਹੜੇ ਸਾਡੇ ਹੈਂਡੀਕੈਪਟ ਨੇ। ਅਤੇ ਜਿਹੜਾ ਕੋਈ ਹੈਂਡੀਕੈਪਟ ਕੁੜੀ ਨਾਲ ਸਹੀ ਸਲਾਮਤ ਆਦਮੀ ਮੈਰਿਜ ਕਰਾਉਂਦਾ, ਕਮ ਸੇ ਕਮ ਸਰਕਾਰ ਉਹਨੂੰ ਉਹਦੀ ਮੈਰਿਜ ਤੋਂ 7 ਦਿਨ ਪਹਿਲਾਂ ਉਹਨਾਂ ਨੂੰ ਕਮ ਸੇ ਕਮ 1 ਲੱਖ ਰੁਪਇਆ ਦੇਵੇ, ਸ਼ਗਨ ਸਕੀਮ ਮੈਰਿਜ ਦੀ, ਕਿਉਂਕਿ ਸਰਕਾਰ ਦੇ ਰਹੀ ਹੈ ਹੈਂਡੀਕੈਪਟਰ ਨੂੰ। ਪਤਾ ਨਹੀਂ ਨਾ, ਕਈਆਂ ਨੂੰ ਤਾਂ ਹੈਂਡੀਕੈਪਟਰ ਨੂੰ ਪਤਾ ਹੀ ਨਹੀਂ, ਹਾਲੇ ਤਾਂ ਕਈ ਹੈਂਡੀਕੈਪਟਰਾਂ ਨੇ ਆਪਣੇ ਯੂ ID ਕਾਰਡ ਹੀ ਨਹੀਂ ਬਣਾਏ। ਕਾਫੀ ਹੈਂਡੀਕੈਪਟਾਂ ਦੇ ਯੂ ID ਕਾਰਡ ਹੀ ਨਹੀਂ ਬਣ ਪਾਏ ਹਾਲੇ ਤੱਕ। ਅਤੇ ਔਰ ਇੱਕ ਤਾਂ ਮੈਂ ਇਹ ਬੇਨਤੀ ਕਰਦਾ ਕਿ ਮਾਣਯੋਗ ਪੰਜਾਬ ਸਰਕਾਰ ਕੋਲ ਸਾਡਾ ਮੰਗ ਪੱਤਰ ਵਗ ਗਿਆ, ਜਲਦੀ ਉਹ ਸਾਡੇ ਜਿਹੜੀ ਨੁਮਾਇੰਦਗੀ ਹੈ ਉਹਨੂੰ ਬੁਲਾਵੇ, ਮਤਲਬ ਕਿ ਮੀਟਿੰਗ ਬੁਲਾਈ ਜਾਵੇ ਸਾਡੀ। ਅਤੇ ਜੇ ਨਹੀਂ ਮੀਟਿੰਗ ਬੁਲਾਉਂਦੇ, ਉਹਨਾਂ ਨੂੰ ਦਿੱਤਾ ਸੀ ਟਾਈਮ ਸਾਥੀਆਂ ਨੇ ਵੀ ਹਫ਼ਤੇ ਕੁ ਤੱਕ ਸਾਡਾ ਤੁਸੀਂ ਇਹ ਕਰੋ ਜੀ। ਅੱਜ ਮੇਰਾ ਤੀਸਰਾ ਦਿਨ ਹੋ ਗਿਆ, ਅਤੇ ਜੇ ਨਹੀਂ ਬੁਲਾਉਂਦੇ ਤਾਂ ਫਿਰ ਅਸੀਂ ਵੀ ਰੋਡ 'ਤੇ ਆਉਣ ਨੂੰ ਤਿਆਰ ਹੈ, ਕਿਉਂਕਿ ਜਾਣਾ ਤਾਂ ਅਸੀਂ ਪਹਿਲਾਂ ਸੀ। ਦੇਖੋ ਚੰਨੀ ਮੁੱਖ ਮੰਤਰੀ ਸਾਡੇ ਹੋਏ ਨੇ, ਸਾਨੂੰ ਖੁਸ਼ੀ ਹੈ ਕਿ ਵਧੀਆ ਕੰਮ ਕਰਦੇ ਨੇ ਨਾ। ਰਾਜਾ ਵੜਿੰਗ ਜੀ ਨੂੰ ਵੀ ਮੇਰੀ ਇੱਕ ਬੇਨਤੀ ਹੈ, ਕਿਉਂਕਿ ਉਹ ਟਰਾਂਸਪੋਰਟ ਮੰਤਰੀ ਨੇ। ਅੱਛਾ, ਹੁਣ ਉਹਨਾਂ ਤੋਂ ਕੀ ਚਾਹੁੰਦੇ ਤੁਸੀਂ ਵੀ ਰਾਜਾ ਵੜਿੰਗ ਜੀ ਤੁਹਾਡੇ? ਤੁਸੀਂ ਨਾ ਇੱਕ ਪਹਿਲਾਂ ਸਵਾਲ ਕੀਤਾ ਸੀ ਵੀ ਕੀ ਚਾਹੀਦਾ ਤੁਹਾਨੂੰ ਪਹਿਲਾਂ, ਹੈ ਨਾ। ਮੈਂ ਪਹਿਲਾਂ ਸਵਾਲ ਕੀਤਾ ਵੀ ਸਾਨੂੰ ਪਾਣੀ ਚਾਹੀਦਾ, ਉਦੋਂ ਬਾਅਦ ਸਾਡੇ ਵਾਸਤੇ ਭੋਜਨ ਚਾਹੀਦਾ। ਭੋਜਨ ਵਾਸਤੇ ਕਮ ਸੇ ਕਮ ਨਾ ਬਾਹਲਾ, ਚਲੋ ਜੇ ਖਜ਼ਾਨਾ ਖਾਲੀ, ਅਸੀਂ ਇੰਨੇ ਵੀ ਲਾਇਕ ਨਹੀਂ ਹੈਗੇ, ਸਮਝਦੇ ਹਾਂ ਪੰਜਾਬ ਦੀ ਸਥਿਤੀ ਨੂੰ ਕਿ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਹੈ। ਮੰਥਲੀ ਕਮ ਸੇ ਕਮ ਹੁਣ ਤਾਂ ਘੱਟੋ ਘੱਟ ਸਰਕਾਰ ਦਾ ਬਣਦਾ ਨਾ ਕਿ ਉਹ ਮੰਥਲੀ 5000 ਰੁਪਏ ਮੰਗੇ, ਇਸ ਤੋਂ ਕੋਈ ਬਾਹਲੀ ਨਹੀਂ ਮੰਗੀ। ਚਲੋ ਉਹ ਵੀ ਛੱਡੋ, ਜਿਹੜਾ ਚੋਣ ਬੈਨੀਫਿਟ ਦੇ ਵਿੱਚ ਉਹਨਾਂ ਨੇ ਵਾਅਦਾ ਕੀਤਾ ਉਹੀ ਪੂਰਾ ਕਰ ਦੇਣ। ਚਲੋ ਅਸੀਂ ਸਹਿਮਤ ਹੈ ਕਿ ਸਰਕਾਰ ਦਾ ਜਿਹੜਾ ਜਾ ਰਿਹਾ ਸੀ ਉਹਨਾਂ ਵਾਂਗੂ ਨਹੀਂ ਹੈਗੇ ਵੀ ਜੀ 50 ਕਿੱਲੇ ਸਾਡੇ ਕੋਲ ਜਾਇਦਾਦ ਹੈ ਅਤੇ ਸਾਨੂੰ ਮੋਟਰਾਂ ਦੇ ਬਿੱਲ ਮਾਫ਼ ਕਰ ਦਿਓ। 50 ਕਿੱਲੇ ਸਾਡੇ ਕੋਲ ਜਾਇਦਾਦ ਹੈ ਅਤੇ ਸਾਨੂੰ ਮੋਟਰਾਂ ਦੇ ਬਿੱਲ ਮਾਫ਼ ਕਰ ਦਿਓ। ਇਹ ਮਤਲਬ ਜਗਦੀਪ ਸਿੰਘ ਨਕਈ ਸਾਹਿਬ ਰੋਏ ਸੀਗੇ ਜਦੋਂ ਮੇਰਾ ਮਰਨ ਵਰਤ ਚੱਲਦਾ ਸੀ ਨਾ ਇਸ ਗੱਲ 'ਤੇ। ਮੈਂ ਦੇਖੋ ਜਿਹੜਾ ਕਈ ਰਾਜਨੇਤਾ ਹੈ, ਚਾਹੇ ਉਹ ਕਾਂਗਰਸ ਦੇ ਵਿੱਚ ਹੈ, ਚਾਹੇ ਉਹ BJP 'ਚ ਹੈ ਨਾ, ਜੋ ਸਹੀ ਹੈ ਉਸ ਮੂਡ 'ਤੇ ਉਹਨਾਂ ਨੇ ਦੇਖਿਆ ਸੀ ਕਿ 50-50 ਕਿੱਲੇ ਵਾਲੇ ਨੇ ਉਹਨਾਂ ਤੋਂ ਕਿਵੇਂ ਮੋਟਰਾਂ ਲੈਤੀਆਂ ਨੇ MLA ਦੇ ਕੋਟੇ 'ਚੋਂ। MLA ਦੇ ਕੋਟੇ 'ਚ ਮੈਂ ਗੁਰਜੰਟ ਜੀ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਸਾਨੂੰ ਮੋਟਰ ਆਉਂਦੀ ਹੁੰਦੀ ਹੈ। ਅੱਛਾ ਜੀ। ਉਹ ਮਾਣਯੋਗ 2007 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਆਏ ਸੀ, ਇਹਨਾਂ ਨੇ ਹੀ ਕਨੈਕਸ਼ਨ ਦਿੱਤੇ ਸੀ। ਠੀਕ ਹੈ, ਹੈਂਡੀਕੈਪਟ ਨੂੰ ਕਨੈਕਸ਼ਨ ਦਿੱਤੇ। ਹਾਂ, ਇਸੇ ਕਰਕੇ ਸਪੋਰਟ ਹੋਈ ਸੀ ਇਹਨਾਂ ਦੀ ਐਤਕੀ। ਪਟਿਆਲੇ ਯਾਦ ਹੋਊਗਾ ਕੈਪਟਨ ਅਮਰਿੰਦਰ ਸਿੰਘ ਦਾ ਮੇਰਾ ਗਿਆ ਸੀ ਮੈਂ ਬਾਪੂ ਜੈ ਸਿੰਘ ਫਲੌਰ ਦੇ ਨਾਲ, ਤਾਂ ਮੈਂ ਉੱਥੇ ਇੱਕ ਘੇਰ ਲਿਆ ਸੀ ਇਹਨਾਂ ਨੂੰ, ਪਨੀਤ ਕੌਰ ਜੀ। ਮੈਨੂੰ ਕਹਿੰਦਾ ਕਾਕਾ ਬੜਾ ਜੋਸ਼ ਹੈ। ਮੈਂ ਕਿਹਾ ਜੋਸ਼ ਨਹੀਂ ਜੀ, ਹੋਸ਼ ਵੀ ਹੈ।
ਕਿਉਂਕਿ ਮਾਲਵਿੰਦਰ ਸਿੰਘ ਸੀ ਸ਼ਾਇਦ ਉਸ ਟਾਈਮ 'ਤੇ, ਤੁਹਾਡੇ ਯਾਦ ਹੋਊਗਾ ਇੱਕ ਕਾਫਲਾ ਚੱਲਿਆ ਸੀ ਸਾਡੇ ਰੈਬਰਾਂ ਦੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਜੀ ਦੇ ਪਿੰਡੋਂ ਠੀਕ ਹੈ। ਚੱਲਿਆ ਸੀ ਨਾ, ਚੰਡੀਗੜ੍ਹ ਤੱਕ ਗਿਆ ਸੀ, ਤੁਹਾਡੇ ਯਾਦ ਹੈ? ਤਾਂ ਉਦੋਂ ਉੱਥੇ ਬਹੁਤ ਘਟੀਆ ਸ਼ਬਦ ਬੋਲੇ ਸੀ ਅੱਛਾ ਜੀ। ਕੈਪਟਨ ਵਰਿੰਦਰ ਸਿੰਘ ਦੇ ਪੀਏ ਨੇ। ਮੈਂ ਉਸ ਟਾਈਮ ਦੇ ਵਿੱਚ ਨਹੀਂ ਸੀਗਾ, ਮੇਰਾ ਕੋਈ ਮੈਰਿਜ ਦਾ ਸ਼ਾਇਦ ਪਤਾ ਨਹੀਂ ਮਾਲਵਿੰਦਰ ਸਿੰਘ ਹੀ ਹੋਵੇ ਉਹਨਾਂ ਦਾ ਪੀਏ। ਤਾਂ ਉਹਨੇ ਬਹੁਤ ਘਟੀਆ ਜਿਹੜਾ ਇਹ 2016 ਦਾ ਐਕਟ ਬਣਾਇਆ ਨਾ, ਇਹ ਸਾਰੇ ਹੈਂਡੀਕੈਪਟ ਨੂੰ ਮੇਰੀ ਬੇਨਤੀ ਹੈ ਤੇ ਕੋਸਟ ਕਰੋ। ਠੀਕ ਹੈ। ਮਤਲਬ ਕਿ ਅੱਜ ਇੱਕ ਸਮਾਨ ਦਾ ਜਿਹੜਾ ਮੌਕਾ ਮਿਲਿਆ, ਇਹ ਪੰਜਾਬ ਦੀ ਧਰਤੀ 'ਤੇ ਹੀ ਮਿਲਿਆ, ਪੂਰੇ ਭਾਰਤ ਦੇ ਮਤਲਬ ਕਿ ਵਿਕਲਾਂਗਾਂ ਨੂੰ, ਹੋਰ ਕਿਤੋਂ ਨਹੀਂ ਮਿਲਿਆ। ਅੱਛਾ ਜੀ। ਤੇ ਹੁਣ ਆਪਾਂ ਕਰ ਰਹੇ ਸੀ ਟਰਾਂਸਪੋਰਟ ਮੰਤਰੀ 'ਤੇ, ਹੈ ਨਾ, ਕਿਉਂਕਿ ਬੜੇ ਚਿਰ ਤੋਂ ਸਾਡੀ ਮੰਗ ਹੈ ਕਿ ਸਾਡੀ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬ ਰਾਜ ਆ ਨਾ, ਇਹ ਪੂਰਾ ਅਮੀਰ ਰਾਜ ਹੈ, ਪਰ ਸਾਡੀ ਟਿਕਟ ਲੱਗਦੀ ਹੈ ਉਰੇ ਅੱਧੀ। ਇੱਕ ਤਾਂ ਸਾਡਾ ਜਿਹੜਾ ਬੱਸ ਕਿਰਾਇਆ ਹੈ ਉਹ ਪੂਰੀਆਂ ਪ੍ਰਾਈਵੇਟ ਬੱਸਾਂ 'ਚ ਵੀ ਔਰ ਸਰਕਾਰੀ ਬੱਸਾਂ ਦੇ ਵਿੱਚ ਵੀ, ਕਿਉਂਕਿ ਜੇ ਪ੍ਰਾਈਵੇਟ ਬੱਸ ਚੱਲਦੀ ਹੈ ਉਹਨੂੰ ਪਰਮਿਟ ਤਾਂ ਪੰਜਾਬ ਗੌਰਮੈਂਟ ਦਿੰਦੀ ਹੈ ਨਾ, ਇਹ ਤਾਂ ਸਮਝਦੇ ਆ। ਤਾਂ ਉਹ ਵੀ ਸਾਡਾ ਬੱਸ ਕਿਰਾਇਆ ਜਿਹੜਾ ਉਹ ਮਾਫ ਹੋਣਾ ਚਾਹੀਦਾ ਹੈ। ਅੱਛਾ, ਇੱਕ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਵੀ ਜਿਹੜੀਆਂ ਹੈਂਡੀਕੈਪਟ ਦੀ ਬੱਸ ਦੇ ਵਿੱਚ ਰਿਜ਼ਰਵ ਸੀਟ ਹੁੰਦੀ ਹੈ, ਕਿ ਉਹ ਤੁਹਾਨੂੰ ਮਿਲਦੀ ਹੈ ਜਦੋਂ ਤੁਸੀਂ ਚੜ੍ਹਦੇ ਹੋ ਬੱਸ ਦੇ ਵਿੱਚ? ਗੁਰਜੰਟ ਜੀ, ਇੱਥੇ ਤਾਂ ਗੱਲ ਆਉਂਦੀ ਹੈ ਨਾ ਕਿ ਸਮਾਜ ਸਾਨੂੰ ਵਾਲੇ ਕੁਝ ਸਮਝ ਹੀ ਨਹੀਂ ਰਿਹਾ। ਮੈਂ ਕਾਫੀ ਵਾਰੀ ਗਿਆ ਉਹ ਸੀਟ ਦੇ ਉੱਤੇ, ਤਾਂ ਉੱਥੇ ਸਾਡੇ ਕੌਣ ਬੈਠੇ ਹੁੰਦੇ ਨੇ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਹੁੰਦੇ ਨੇ, ਉਹਦੇ ਉੱਤੇ ਸਾਡਾ ਟੀਚਰ ਹੋਊਗਾ ਜਾਂ ਸਾਡਾ ਪੰਜਾਬ ਪੁਲਿਸ ਦਾ ਭਾਈ ਹੋਊਗਾ, ਜਾਣੀ ਕਿ ਅਨਪੜ੍ਹ ਬੰਦਾ ਨਹੀਂ ਹੋਊਗਾ ਮੂਹਰੇ ਟਰੈਵਲ ਦੇ, ਅੰਗਹੀਣ ਲਿਖਿਆ ਹੋਊਗਾ ਉਹਦੇ ਉੱਤੇ। ਪਰ ਉਹ ਸੀਟ ਕਿਹਦੀ ਹੁੰਦੇ ਲਈ ਹੁੰਦੀ ਆ? ਉਹਦੇ ਉੱਤੇ ਜਿਹੜਾ ਕੋਈ ਮਾਸਟਰ ਬੈਠਾ ਹੋਊਗਾ ਜਾਂ ਪੰਜਾਬ ਪੁਲਿਸ ਦਾ ਬੰਦਾ ਬੈਠਾ ਹੋਊਗਾ, ਉਹ ਠੀਕ ਰਿਜ਼ਰਵ ਨਹੀਂ ਹੁੰਦੀ। ਕਿਉਂਕਿ ਜਦੋਂ ਹੱਕ ਇਹ ਬਣਦਾ ਹੈ, ਦੇਖੋ ਇੱਕ ਕਨੈਕਟਰ ਦਾ ਵੀ ਹੱਕ ਬਣਦਾ। ਹੁਣ ਕਨੈਕਟਰ ਰੌਲਾ ਪਾ ਰਹੇ ਨੇ ਵੀ ਸਾਨੂੰ ਪੱਕੇ ਕਰੋ ਨਾ PRTC ਦੇ ਵਿੱਚ, ਤਾਂ ਮਤਲਬ ਉਹ ਰੌਲਾ ਪਾ ਰਹੇ ਨੇ, ਪਰ ਉਹ ਸੀਟ ਨੂੰ ਖਾਲੀ ਰਖਾਉਣਾ ਉਹਨਾਂ ਦਾ ਫਰਜ਼ ਹੁੰਦਾ। ਨੰਬਰ 1 ਕਨੈਕਟਰ ਦਾ ਫਰਜ਼ ਬਣਦਾ ਇਹ। ਔਰ ਪਰ ਉਹ ਸੀਟ 'ਤੇ ਕੌਣ ਬੈਠੇ ਨੇ? ਸਾਡੇ ਪੜ੍ਹੇ ਲਿਖੇ ਸਭ ਤੋਂ। ਇੱਕ ਵਾਰ ਤਾਂ ਮੈਂ ਤੁਹਾਨੂੰ ਦੱਸਦਾ ਗੱਲ, ਅਤੇ ਕਿਉਂਕਿ ਜ਼ਰੂਰੀ ਹੈ ਵੀ, ਮੈਂ ਗਿਆ ਤਾਂ ਮੈਮ ਬੈਠੀ ਉੱਥੇ ਇੱਕ, ਮੈਂ ਕਿਹਾ ਮੈਮ ਮਾਸਟਰ ਨਹੀਂ ਸ਼ੋ, ਮੈਂ ਜਾਣਦਾ ਸੀ ਉਹਨਾਂ ਨੂੰ, ਅਤੇ ਮੈਂ ਜਾਣਾ ਸੀ ਬਠਿੰਡੇ, ਅਤੇ ਮੈਂ ਕਿਹਾ ਮੈਡਮ ਜੀ ਪਲੀਜ਼ ਆਪ ਦੂਸਰੀ ਸੀਟ 'ਤੇ ਜਾਓ। ਕਹਿੰਦੀ ਉੱਧਰ ਸੀਟ ਖਾਲੀ ਪਈ ਆ। मैं मैडम ये सीट मेरी है। कहीं ताकि बुकिंग कराई है, एक ही रेलवे है। मैं कहा मैम आप लेडीज़ हैं, आपकी लेडीज़ सीट होल्डर है, ये तो हमारी रिजर्वेशन है। तो उत्थे कनैक्टर आके मैंने बोलता, कहता यार तू इधर बह जा। मैं यार मैं इधर किमें बह जा, सीट है मेरी, अंगहीणा की सीट है साड़ी, ये मेरे नाल कहा मुंडे ने चढ़ना, मैं उन्हें बैठना है। ਤਾਂ ਮਤਲਬ ਕੀ ਆ ਵੀ ਦੇਖੋ, ਇਹ ਸਾਨੂੰ ਸਮਾਜ ਨੂੰ ਸਮਝਣਾ ਪੈਣਾ। ਸਮਾਜ ਇਹ ਸਾਨੂੰ ਨਿਆਂ ਦੇਊਗਾ, ਹੈ ਨਾ। ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ। ਸਾਡੀਆਂ ਖਬਰਾਂ 'ਚ ਵੀ ਇਹ ਚੀਜ਼ਾਂ ਲੱਗਦੀਆਂ ਹੁੰਦੀਆਂ ਨੇ ਵੀ ਸਾਨੂੰ ਤਰਸ ਦੀ ਲੋੜ ਨਹੀਂ, ਸਾਨੂੰ ਸਹਿਯੋਗ ਦੀ ਲੋੜ ਹੈ। ਸਾਡੀਆਂ ਜਿਹੜੀਆਂ 2-3 ਮੈਂ ਮੰਗਾਂ ਨੇ, ਦੁਬਾਰਾ ਇੱਕ ਵਾਰ ਰਿਪੀਟ ਕਰਾ ਦਿਆਂ। ਕਮ ਸੇ ਕਮ ਜੋ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਉਹ ਕਾਂਗਰਸ ਸਰਕਾਰ ਪੂਰਾ ਕਰਕੇ ਜਾਵੇ, ਨੰਬਰ 1। ਨੰਬਰ 2 'ਤੇ 2 ਸਾਡੀਆਂ ਪੋਸਟਾਂ ਰਹਿੰਦੀਆਂ ਨੇ। ਚੰਨੀ ਸਾਹਿਬ ਨੇ ਹੁਣ ਕਿਹਾ ਸੀ ਵੀ ਕੱਢ ਰਹੇ ਹਾਂ, ਕੁਛ ਪੋਸਟਾਂ ਹੋਰ ਵੀ ਆਈਆਂ ਨੇ। ਇੰਟਰਵਿਊਆਂ ਸਾਡੇ ਸਾਥੀਆਂ ਦੇ ਹੋ ਚੁੱਕੀਆਂ ਨੇ। ਕਾਫੀ ਸਾਡੇ ਸਾਥੀ ਨੇ ਜਿਹੜੇ ਉਹ ਮਤਲਬ ਹੋ ਰਹੇ ਨੇ, ਤਾਂ ਉਹਨਾਂ ਦੇ ਵਿੱਚ ਵੀ ਧਿਆਨ ਦਿੱਤਾ ਜਾਵੇ। ਮਤਲਬ ਕਿ ਸਫਾਈ ਸੇਵਕਾਂ ਦੀਆਂ ਪੋਸਟਾਂ ਨੇ ਕਾਫੀ, ਜਿਹਦੇ ਵਿੱਚ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨੇ ਕਾਫੀ, ਮਤਲਬ ਉਹਨਾਂ ਦੇ ਵਿੱਚ ਧਿਆਨ ਦੇ ਕੇ ਸਰਕਾਰ ਜਲਦੀ ਹੀ ਉਹਨਾਂ ਨੂੰ ਪੂਰਾ ਕਰੇ। ਨੰਬਰ 2 'ਤੇ ਰੁਜ਼ਗਾਰ ਮਿਲੇ ਉਹਨਾਂ ਨੂੰ, ਅਤੇ ਇੱਕ ਪਾਣੀ ਵਾਲਾ ਅਤੇ ਬੱਸ ਕਿਰਾਏ ਵਾਲਾ। ਔਰ ਕਿਸਾਨਾਂ ਦੇ ਵਿੱਚ ਜਿਹੜੇ ਆਉਂਦੇ ਨੇ ਹੈਂਡੀਕੈਪਟ, ਜਿਨ੍ਹਾਂ ਕੋਲ 2.5 ਏਕੜ ਜ਼ਮੀਨ ਹੈ, ਤਾਂ ਉਹਨਾਂ ਦੇ ਵੀ ਬਿੱਲ ਮਾਫ ਹੋਣੇ ਚਾਹੀਦੇ ਨੇ। ਅੱਛਾ ਭੀਮ ਜੀ, ਇੱਕ ਗੱਲ ਹੋਰ ਦੱਸੋ, ਤੁਹਾਨੂੰ ਹੈਂਡੀਕੈਪਟ ਬੇਸ 'ਤੇ ਸਰਕਾਰ ਵੱਲੋਂ ਕੋਈ ਆਪਣਾ ਕਿੱਤਾ ਅਪਣਾਉਣ ਵਾਸਤੇ ਕੋਈ ਲੋਨ ਵਗੈਰਾ ਦਿੱਤਾ ਜਾਂਦਾ ਹੈ? ਗੁਰਜੰਟ ਜੀ, ਮੇਰੇ ਕੋਲ ਪਈਆਂ ਸੀ ਉਹ ਫਾਈਲਾਂ, ਮੈਂ ਤੁਹਾਨੂੰ ਦਿਖਾ ਦਿੰਦਾ ITI ਵਾਲੀਆਂ ਵੀ ਕਾਫੀ। ਇੱਥੇ ਤਾਂ ਨਹੀਂ ਹੋਣੀ ਸ਼ਾਇਦ ਮੇਰੇ ਕੋਲ ਹੁਣ, ਕਿਉਂਕਿ ਮੈਂ ਇੱਦਾਂ ਹੀ ਰੱਖਦਾ ਹੁੰਦਾ ਸਾਰਾ ਜੁਗਾੜ ਜਿਹੜਾ ਮੇਰਾ ਹੈਗਾ। ਉਹਦੇ ਵਾਸਤੇ ਸਰ ਮੈਂ ਕੀਤਾ ਸੀਗਾ, ਕਿਉਂਕਿ ਮੇਰਾ BPL ਦੇ ਵਿੱਚ ਵੀ ਆਉਂਦਾ ਨਾ, ਤਾਂ ਉਹਦੇ ਵਿੱਚ ਲਈ ਨੋ ਪ੍ਰੋਬਲਮ। ਸਾਡੇ ਕੋਲ ਸਰਟੀਫਿਕੇਟ ਨੇ ਉਹਨਾਂ ਦੇ। ਇੱਕ ਹੋਰ ਚੱਲੀ ਸੀ PM ਮੋਦੀ ਦੇ ਅਧੀਨ ਸੈਂਟਰ ਚੱਲਦੇ ਆ ਜਿਹੜੇ ਕੰਪਿਊਟਰ, ਉਹਦੇ ਵਿੱਚ ਮੰਥਲੀ ਸਾਨੂੰ ਪੈਸੇ ਦਿੱਤੇ ਜਾਂਦੇ ਸੀ 3000 ਰੁਪਈਆ। ਉਹ ਵੀ ਗਵਰਨ ਕੀਤਾ ਗਿਆ, ਉਹਦੇ ਵਿੱਚ ਕਿਸੇ ਨੂੰ ਨਹੀਂ ਮਿਲੇ। ਕਿਸੇ ਦੇ ਅਕਾਊਂਟ 'ਚ ਪੈਸੇ ਨਹੀਂ ਪੈਂਦੇ। ਤੁਹਾਡਾ ਅਕਾਊਂਟ ਨੰਬਰ ਲੱਗ ਜੂ ਉਹਦੇ ਉੱਤੇ, ਠੀਕ ਹੈ, ਤੁਹਾਡਾ ਹੈਂਡੀਕੈਪਟ ਸਰਟੀਫਿਕੇਟ ਲੱਗੂਗਾ, ਤੁਹਾਡੇ ਬੈਂਕ ਦੀ ਖਾਤੀ ਲੱਗੂਗੀ, ਤੁਹਾਡੇ ਖਾਤੇ 'ਚ ਆਉਣਾ, ਪਰ ਪੈਸਾ ਨਹੀਂ ਆਉਂਦਾ। ਅੱਛਾ, ਇੱਕ ਗੱਲ ਹੋਰ ਦੱਸੋ, ਜਿਹੜੀ ਪੰਜਾਬ ਰੋਡਵੇਜ਼ ਪਨਸਪ ਦੇ ਵਿੱਚ ਪੰਜਾਬ ਸਰਕਾਰ ਦੀਆਂ ਬੱਸਾਂ ਨੇ, ਜਿਹੜੀਆਂ ਪੰਜਾਬ ਦੇ ਅੰਦਰ ਹੱਦ ਦੇ ਵਿੱਚ ਤੁਹਾਡੀ ਅੱਧੀ ਟਿਕਟ ਲੱਗਦੀ ਹੈ 50% ਵਾਲੇ ਦੀ, ਤਾਂ ਕੀ ਜਿਹੜੀ ਉਹ ਟਿਕਟ ਹੈ ਤੁਹਾਨੂੰ ਜਿਹੜੀ ਰਿਜ਼ਰਵੇਸ਼ਨ ਸੀਟਾਂ 'ਤੇ ਮਿਲਦੀ ਹੈ, ਸੀਟ ਰਿਜ਼ਰਵ ਹੁੰਦੀ ਹੈ, ਕੀ ਉਸ ਬਾਰੇ ਪਤਾ ਹੈ ਤੁਹਾਨੂੰ ਵੀ ਜਿਹੜਾ ਗੌਰਮੈਂਟ ਟੈਕਸ ਪੇ ਕਰਦੀ ਹੈ
ਵੀ ਸਾਡਾ ਕੋਈ ਵੀ ਹੈਂਡੀਕੈਪਟ ਪਰਸਨ ਜਦੋਂ ਚੜੂਗਾ ਉਹਨੂੰ ਸੀਟ ਖਾਲੀ ਮਿਲੇ, ਕੀ ਇਹ ਇਸ ਤਰ੍ਹਾਂ ਹੁੰਦਾ ਹੈ? ਨਹੀਂ, ਉਹ ਖਾਲੀ ਨਹੀਂ ਹੁੰਦੀ। ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ, ਉਹ ਖਾਲੀ ਥੋੜ੍ਹੀ ਹੁੰਦੀ ਹੈ। 40% ਤੋਂ, ਵੈਸੇ 50% ਤੋਂ ਨਹੀਂ, 40% ਚੋਂ ਆ। ਜੋ ਹੈਂਡੀਕੈਪਟ 40% ਹੈ ਉਹਨੂੰ ਬੱਸ ਕਿਰਾਇਆ ਮਾਫ ਹੈ। ਉਹਨੂੰ ਟ੍ਰੇਨ ਦਾ ਵੀ, ਟ੍ਰੇਨ ਦੇ ਵਿੱਚ ਇੱਕ ਹੈਲਪਰ ਵੀ ਉਹਨੂੰ ਮਾਫ ਹੈ। ਇਹ 40% ਤੋਂ ਸਹੂਲਤ ਹੈ। ਔਰ ਪੰਜਾਬ ਦੇ ਵਿੱਚ 50% ਤੋਂ ਮਤਲਬ ਮੰਥਲੀ ਪੈਨਸ਼ਨ ਲੱਗਦੀ ਹੈ। ਇਹ ਹੈ, ਉਹਦੇ ਵਿੱਚ ਸਾਰੀਆਂ ਸੀਟਾਂ ਹੁੰਦੀਆਂ ਨੇ ਜਿਹੜੀਆਂ ਉਹ ਤਕਰੀਬਨ ਬੁੱਕ ਹੀ ਹੁੰਦੀਆਂ ਨੇਗੀਆਂ ਜੀ। ਉਹਦੇ 'ਤੇ ਕੋਈ ਨਾ ਕੋਈ ਬੈਠਾ ਹੁੰਦਾ। ਤਾਂ ਜੀ ਮੈਂ ਬੇਨਤੀ ਕੀਤੀ ਨਾ ਕਿ ਮਤਲਬ ਕਿ ਰਾਜਾ ਵੜਿੰਗ ਜੀ ਇੱਕ ਯੂਥ ਨੇ, ਵਧੀਆ ਨੇ, ਹੈ ਨਾ, ਇੱਥੋਂ ਚੋਣ ਵੀ ਲੜ ਕੇ ਗਏ ਨੇ, ਅਤੇ ਮਤਲਬ ਕਿਹਾ ਉਹਨਾਂ ਨੂੰ, ਬੇਨਤੀ ਹੈ ਮੇਰੀ ਕਿ ਵੀ ਉਹ। ਇੱਕ ਸਵਾਲ ਹੋਰ ਹੈ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਸਰਪੰਚ ਨਰੇਗਾ ਦਾ ਕੰਮ ਦਿੰਦੇ ਹੈ? ਕੀ ਹੈਂਡੀਕੈਪਟ ਉਹ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ? ਦੇਖੋ ਗੁਰਜੰਟ ਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਮਾਜ ਦੇ ਵਿੱਚ ਜਦੋਂ ਵੀ ਕਿਸੇ ਚੀਜ਼ ਨੂੰ ਦਿਖਾਉਣਾ ਹੁੰਦਾ, ਆਪਣੀ ਤਾਕਤ ਦਿਖਾਉਣੀ ਪੈਂਦੀ ਹੈ ਨਾ। ਇਹ ਤਾਕਤ ਅਸੀਂ ਦਿਖਾਈ ਸੀ, ਕਿਉਂਕਿ ਨਰੇਗਾ 'ਚੋਂ ਸਾਨੂੰ ਬਾਹਰ ਕਰਤਾ ਸੀ। ਤਾਂ ਫਿਰ ਅਸੀਂ ਇੱਕ ਪ੍ਰਦਰਸ਼ਨ ਕੀਤਾ ਮਾਨਸਾ ਦੇ ਵਿੱਚ। ਹੁਣ ਤੁਸੀਂ ਕਹੋਗੇ ਵਾਰ-ਵਾਰ ਅਸੀਂ ਇਹ ਸਾਥੀ ਕਈ ਸੋਚਦੇ ਵੀ ਮਾਨਸਾ ਵਾਲੇ ਯਾਰ ਤੁਸੀਂ ਵਾਰ-ਵਾਰ ਇਹ ਕਿਉਂ ਲੈ ਰਹੇ ਹੋ ਨਾ, ਤਾਂ ਤੁਸੀਂ ਪੁੱਛ ਲਓ ਕਿ ਮਾਨਸਾ ਦੇ ਵਿੱਚ ਹੀ ਇਹ ਜ਼ਿਆਦਾ ਲੜਿਆ ਗਿਆ ਸੰਘਰਸ਼ ਸਾਡਾ। ਕਿਉਂਕਿ ਮਾਨਸਾ ਦੇ ਵਿੱਚ ਮੰਥਲੀ ਸ਼ਹਿਰ ਦੇ ਵਿੱਚ ਹੀ 3000 ਹੈ। ਜਿਹੜੀ ਮੰਥਲੀ ਬਠਿੰਡੇ ਅਤੇ ਮਾਨਸਾ ਦੀ ਗਿਣਤੀ ਹੈ, ਉਹ ਜੋ ਸਾਡੀ ਜਥੇਬੰਦੀ ਕੋਲ ਹੈ, ਲਗਭਗ ਮਤਲਬ ਕਿ ਰੂਮ ਦੇ ਵਿੱਚੋਂ 20,000 ਹੈਗਾ ਬਠਿੰਡੇ ਮਾਨਸਾ ਦੇ ਵਿੱਚ ਵਿਕਲਾਂਗ ਲੋਕ। ਅੱਛਾ, ਜਿਵੇਂ ਤੁਹਾਡਾ ਉਹ ਬੱਸ ਕਿਰਾਇਆ ਉਹੀ ਚੱਲਦਾ। ਮੇਰੀ ਇੱਕ ਗੱਲ ਪੂਰੀ ਕਰ ਲਓ। ਤਾਂ ਅਸੀਂ ਸੰਘਰਸ਼ ਕੀਤਾ, ਤਾਂ ਫਿਰ ਪੰਜਾਬ ਦੇ ਵਿੱਚ ਉਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਤਾਂ ਮਿਲਿਆ ਕਿ ਇਹ ਕਾਰਡ ਮਿਲੂਗਾ। ਪਰ ਉਹਦੇ ਵਿੱਚ ਇਹ ਵੱਖਰਾ ਕਾਰਡ ਨਹੀਂ ਬਣਾ ਰਹੇ ਹਾਲੇ। ਜਿਹੜੀ ਪੰਚਾਇਤ ਵਜੀਤੀ ਕਰਦੀ ਹੈ, ਕਿਉਂਕਿ ਭਾਵੇਂ ਸਾਡੇ ਕੋਲ ਹੁਣ ਪੰਚਾਇਤ ਆ ਸਾਡੀ ਆਪਦੀ, ਖੁਦ ਮੇਰੇ ਚਾਚਾ ਜੀ ਸਰਪੰਚ ਨੇ, ਮੈਂ ਉਹਨਾਂ ਨੂੰ ਇੱਕ ਦਿਨ ਕਿਹਾ ਵੀ ਬਣਾਇਆ ਉਹਨਾਂ ਨੂੰ, ਪਰ ਉਹ ਵੱਖਰਾ ਕਾਰਡ ਨਹੀਂ ਬਣਾ ਰਹੇ। ਕਿਉਂਕਿ ਉਹਦੇ ਵਿੱਚ ਕੀ ਹੁੰਦਾ, ਨਰੇਗਾ ਦੇ ਵਿੱਚ ਕਾਫੀ, ਮੈਂ ਵੀ ਨਰੇਗਾ ਦੇ ਕੰਮ ਕਰ ਰਿਹਾ ਪੂਰਾ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ, ਤੁਸੀਂ ਪਹਿਲਾਂ ਹੀ ਸਮਾਜ ਸੇਵੀ ਹੋ, ਕਿ ਪਹਿਲਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦਿਆਂ। ਤਾਂ ਉਹਦੇ ਵਿੱਚ ਵੱਖਰਾ ਕਾਰਡ ਨਹੀਂ ਬਣਦਾ। ਹੁਣ ਦੇਖੋ, ਇਹ ਹਾਜ਼ਰੀਆਂ ਲਾਉਣ ਵਾਸਤੇ ਬੰਦੇ ਰੱਖ ਰਹੇ ਨੇ, ਕਿਹਦੇ ਵਿੱਚੋਂ ਰੱਖਦੇ ਨੇ? ਮਨਰੇਗਾ ਦੇ ਅਕਾਊਂਟ 'ਚੋਂ। ਦਿਹਾੜੀ ਕਿੰਨੀ ਪੈ ਰਹੀ ਆ ਪੰਜਾਬ ਦੇ ਵਿੱਚ ਉਹਨਾਂ ਦੀ? 100 ਰੁਪਈਆ, 120 ਰੁਪਈਏ। ਔਰ ਮੁੰਡੇ ਜਿਹੜੇ ਉਹ ਰੱਖਦੇ ਨੇ ਸਮਾਜ, ਮਤਲਬ ਗੁਰਨਾਮ ਸੇਵਕ, ਉਹ ਕਿਹਦੇ ਮੁੰਡੇ ਰੱਖੇ ਜਾਂਦੇ ਨੇ? ਹਾਲੇ ਕਹਿੰਦੇ ਪੰਜਾਬ 'ਚ ਜਾਤੀਵਾਦ ਨਹੀਂ ਹੈਗਾ, ਉਹ ਸਾਰੇ ਹੀ ਜ਼ਿਮੀਂਦਾਰਾਂ ਦੇ ਮੁੰਡੇ ਰੱਖੇ ਜਾਂਦੇ ਨੇ। ਜਦੋਂ ਕਿ ਇੱਕ ਅੰਗਹੀਣ, ਜ਼ਿਮੀਂਦਾਰਾਂ ਦਾ ਅੰਗਹੀਣ, ਮੈਂ ਪਹਿਲਾਂ ਦੱਸਿਆ ਵੀ 2.5 ਏਕੜ ਵਾਲੇ ਨੇ ਜਿਹੜੇ, ਉਹਨਾਂ ਨੂੰ ਵੇਲੇ ਇੰਨਾ ਨਾ ਰਿਹਾ। ਸਾਡੀਆਂ ਕੁੜੀਆਂ MA BEd ਬੈਠੀਆਂ ਨੇ, ਉਹ ਟਰਾਈਸਾਈਕਲ ਨਹੀਂ ਚਲਾ ਸਕਦੀਆਂ। ਟਰਾਈਸਾਈਕਲ 'ਤੇ ਜਾ ਕੇ ਉਹ ਹਾਜ਼ਰੀ ਨਹੀਂ ਲਾ ਸਕਦੀਆਂ ਮਸਟਰੋਲ 'ਤੇ? ਲਾ ਸਕਦੇ ਨੇ ਨਾ। ਤਾਂ ਫਿਰ ਉਹਨਾਂ ਨੂੰ ਕਿਉਂ ਨਹੀਂ ਮਤਲਬ ਗੁਰਨਾਮ ਸੇਵਕ ਭਰਤੀ ਕੀਤਾ ਜਾਂਦਾ? ਕਿਉਂਕਿ ਉਹ ਸਰਕਾਰ ਦਾ ਕੀ ਹੈ, ਸਰਕਾਰ ਨੇ ਇੱਕ ਖਸੋਲੀ ਚੋਲ ਖਿੱਚੀ ਹੋਈ ਹੈ ਕਿ ਉਹਨਾਂ ਨੇ ਜਿਹੜਾ 40% ਕਮਿਸ਼ਨ ਖਾਣਾ ਹੈ, ਵੀਡੀਓ ਤੋਂ ਲੈ ਕੇ ਉੱਪਰ ਤੱਕ ਜਿਹੜਾ ਜਾਣਾ ਹੈ, ਤਾਂ ਉਹ ਫਿਰ 40% ਕਮਿਸ਼ਨ ਕਿਵੇਂ ਜਾਣਾ? ਕਿਉਂਕਿ ਅਸੀਂ ਸਰੀਰਕ ਤੌਰ 'ਤੇ ਕਿਸੇ ਅੰਗ ਤੋਂ ਅਪਾਹਜ ਜ਼ਰੂਰ ਹੈ ਜੀ, ਪਰ ਦਿਮਾਗ ਤੋਂ ਨਹੀਂ ਨਾ। ਕਿਉਂਕਿ ਅਸੀਂ ਨੰਬਰ 1 ਕੰਮ ਕਰਨਾ। ਠੀਕ ਹੈ ਜੀ, ਨੰਬਰ 1 'ਤੇ ਕੰਮ ਕਰਨਾ ਸੀ। ਤਾਂ ਕਿਉਂਕਿ ਪੰਚਾਇਤਾਂ ਨੇ ਜਿਹੜੀਆਂ, ਹੁਣ ਤੁਹਾਨੂੰ ਮੈਂ ਦੱਸ ਦਿਆਂ, ਕਈਆਂ ਸਾਡੇ ਅੰਗਹੀਣ ਸਾਥੀਆਂ ਨੂੰ ਪਤਾ ਨਹੀਂ, ਜਦੋਂ ਕਿਸੇ ਨੇ ਪੈਨਸ਼ਨ ਲਵਾਉਣੀ ਹੈ ਨਾ ਅੰਗਹੀਣ ਦੀ, ਉਹ 'ਤੇ ਪਟਵਾਰੀ ਦੀ ਜਾਂ ਸਰਪੰਚ ਦੀ ਮੋਹਰ ਨਹੀਂ ਲੱਗਦੀ। ਹੁਣ ਇਹ ਬਹੁਤ ਵੱਡੀ ਪ੍ਰਾਪਤੀ ਹੈ ਸਾਡੀ ਜਥੇਬੰਦੀ ਦੀ, ਕਿਉਂਕਿ ਉਹਦਾ ਹੈਂਡੀਕੈਪਟ ਸਰਟੀਫਿਕੇਟ ਹੀ ਦੇਖਿਆ ਜਾਵੇ। ਔਰ ਇਹ ਵੀ ਮੇਰੀ ਮੇਨ ਸੀ ਜਿਹੜੀ ਮੰਗ ਸੀ, ਜੋ ਇਹਦੇ ਵਿੱਚ ਪਾਈ ਹੋਈ ਹੈ ਵੀ ਸਾਨੂੰ ਪਹਿਲ ਦੇ ਆਧਾਰ 'ਤੇ ਉਹ ਚੀਜ਼ਾਂ ਦਿੱਤੀਆਂ ਜਾਣ ਜਿਹੜੀਆਂ ਪਿੰਡ ਦੇ, ਉਹ ਤਾਂ ਪਿੰਡ 'ਚ ਹੀ ਕਵਰ ਕਰ ਸਕਦੇ ਆ ਨਾ। ਹੁਣ ਇੱਕ ਹੈਂਡੀਕੈਪਟ ਟਰਾਈ ਸਕਦੇ, ਅਸੀਂ ਜਾ ਸਕਦੇ ਹਾਂ। ਇੱਕ ਸਵਾਲ ਹੋਰ ਹੈ ਜੀ, ਤੁਹਾਡੇ ਨਾਲ ਜਿਹੜਾ ਤੁਹਾਡਾ DSSO ਹੈ, ਸਮਾਜਿਕ ਸੁਰੱਖਿਆ ਵਿਭਾਗ, ਕੀ ਉਹ ਤੁਹਾਡੇ UID ਆਧਾਰ ਕਾਰਡ ਨੂੰ ਮੁੱਖ ਰੱਖ ਕੇ ਸਹੂਲਤਾਂ ਦਿੰਦਾ ਤੁਹਾਨੂੰ, ਜਾਂ ਸਿਰਫ ਉਹ ਪੰਚਾਂ ਦੇ ਮਤੇ ਦੇ ਆਧਾਰ 'ਤੇ ਦਿੰਦਾ? ਗੱਲ ਉੱਥੇ ਆ ਗਈ ਨਾ ਗੁਰਜੰਟ ਜੀ, ਵੀ ਤਾਕਤ ਕੀ ਹੈ। ਜਿੱਥੇ ਤੁਹਾਡੇ ਅੰਗਹੀਣ ਜਾ ਕੇ ਦਫ਼ਤਰ ਦੇ ਅੱਗੇ ਖੜ੍ਹਦੇ ਨੇ, ਉਹਨਾਂ ਨੂੰ ਪਤਾ ਵੀ ਇੱਥੇ ਮੁਰਦਾਬਾਦ ਹੋ ਜੂਗੀ, ਠੀਕ ਹੈ, ਤਾਂ ਉਹ ਤੁਹਾਨੂੰ ਜਥੇਬੰਦੀ ਦੇ ਬੰਦੇ ਨੂੰ ਅਹਿਮੀਅਤ ਦੇਣਗੇ। ਨਹੀਂ ਤਾਂ ਫਿਰ ਸਰਪੰਚਾਂ ਦੇ ਅੰਦਰ ਹੀ ਜਾਂਦੀਆਂ ਨੇ। ਹੁਣ ਦੇਖੋ, ਸਾਡੀ ਯੂਨੀਅਨ ਪੰਜਾਬ ਦੇ ਵਿੱਚ ਰਜਿਸਟਰਡ ਹੈ, ਔਰ ਪੂਰੇ ਭਾਰਤ ਦੇ ਵਿੱਚ ਜਿਹੜਾ ਅਸੀਂ ਹੁਣ ਵੱਡੀ ਪ੍ਰਾਪਤੀ ਕੀਤੀ ਹੈ, ਉਹ ਰਾਸ਼ਟਰੀ ਮੂਲ ਨਿਵਾਸੀ ਵਿਕਲਾਂਗ ਸੰਘ ਹੈ ਸਾਡਾ। ਰਾਸ਼ਟਰੀ ਮੂਲ ਨਿਵਾਸੀ ਵਿਕਲਾਂਗ ਸੰਘ ਜੋ 550 ਜ਼ਿਲ੍ਹਿਆਂ ਦੇ ਵਿੱਚ ਹੈ। ਸਾਡੀਆਂ ਕਮ ਸੇ ਕਮ 400 ਜ਼ਿਲ੍ਹਿਆਂ ਦੇ ਵਿੱਚ ਯੂਨਿਟਾਂ ਬਣ ਚੁੱਕੀਆਂ ਨੇ। ਤਾਂ ਹੁਣ ਸਾਡਾ ਇਹੀ ਮਤਲਬ ਵੀ ਜਦੋਂ ਸਾਡੇ ਕੋਲ DID ਕਾਰਡ ਹੈ ਇੱਕ, ਠੀਕ ਹੈ, ਸਾਡਾ ਕਾਰਡ ਬਣ ਚੁੱਕਾ ਹੈ, ਇੱਕ ਕਾਰਡ ਦੇ ਉੱਤੇ ਹੀ ਉਹਨੂੰ ਇਸ਼ੂ ਹੋਣ ਸਾਰੀਆਂ ਸਹੂਲਤਾਂ। ਅੱਛਾ, ਇੱਕ ਤੁਹਾਨੂੰ ਜਿਹੜਾ ਸੈਂਟਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ
ਤੁਹਾਨੂੰ ਅੱਜ ਤੱਕ ਅੰਗਹੀਣ ਸਮਾਜ ਨੂੰ, ਡਿਸੇਬਿਲਟੀ ਪਰਸਨ ਨੂੰ ਕੋਈ ਮਿਲਿਆ ਜਾਂ ਨਹੀਂ? ਜੇ ਨਹੀਂ ਮਿਲਿਆ ਤਾਂ ਕਿਉਂ ਨਹੀਂ ਮਿਲਿਆ? ਜੇ ਮਿਲਿਆ ਤਾਂ ਕਿੰਨਾ ਮਿਲਿਆ? ਦੇਖੋ ਹੁਣ ਗੱਲ ਤਾਂ ਉੱਥੇ ਹੀ ਹੁੰਦੀ ਹੈ ਨਾ, ਸਾਡੇ 'ਤੇ ਤਾਂ ਸ਼ਰਤ ਰੱਖੀ ਹੋਈ ਹੈ ਇਹਨਾਂ ਨੇ ਕਿ ਜੀ ਤੁਸੀਂ 80% ਅੰਗਹੀਣ ਹੋਵੋ ਫਿਰ ਤੁਹਾਡੇ ਕੋਲ BPL ਕਾਰਡ ਹੋਵੇ। ਠੀਕ ਹੈ ਜੀ। ਹੁਣ ਦੇਖੋ ਮੈਂ 80% ਅੰਗਹੀਣ ਨਹੀਂ, BPL ਕਾਰਡ ਮੇਰੇ ਕੋਲ ਹੈਗਾ, ਮੈਂ 70% ਹੈਂਡੀਕੈਪਟ ਹੈ। ਅੱਛਾ ਜੀ। ਲੰਘ ਗਈ ਸੈਂਟਰ ਗੌਰਮੈਂਟ ਦੀ ਸਕੀਮ। ਅੱਛਾ ਜੀ। ਹੁਣ ਦੂਸਰਾ ਬੰਦਾ ਆਊਗਾ ਉਹ 80% ਹੋਊਗਾ, ਉਹਦੇ ਕੋਲ BPL ਕਾਰਡ ਨਹੀਂ ਹੋਣਾ, ਲੰਘ ਗਈ ਸਕੀਮ। ਕਿਉਂਕਿ ਸਾਡੇ 'ਤੇ ਸ਼ਰਤਾਂ, ਇਹਨਾਂ ਦੇ ਕੋਈ ਸ਼ਰਤਾਂ ਨਹੀਂ। ਜਦੋਂ 60 ਸਾਲਾਂ ਦਾ ਬੰਦਾ ਰਿਟਾਇਰਮੈਂਟ ਹੋ ਜਾਂਦਾ ਉਹਨੂੰ ਤਾਂ ਰਾਜਨੀਤੀ 'ਚ ਆਉਣਾ ਹੀ ਨਹੀਂ ਚਾਹੀਦਾ, ਕਿਉਂਕਿ ਰਾਜਨੀਤੀ 'ਚ ਵੀ ਰਾਈਟ ਬਣ ਸਕਦਾ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਇੱਕ ਗੱਲ ਕਹੀ ਸੀ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲਦੀਆਂ ਨੇ ਉਹ ਕੌਮਾਂ ਗੁਲਾਮ ਹੁੰਦੀਆਂ ਨੇ। ਅੱਛਾ, ਇੱਕ ਗੱਲ ਹੋਰ ਦੱਸੋ, ਤੁਹਾਨੂੰ ਹੈਂਡੀਕੈਪ ਡਿਸੇਬਿਲਟੀ ਪਰਸਨ ਨੂੰ ਜਿਹੜੀ ਪੰਜਾਬ ਤੇ ਸੈਂਟਰ ਗੌਰਮੈਂਟ ਵੱਲੋਂ ਸੁਰਾਖ ਸੁਰੱਖਿਆ ਐਕਟ ਅਧੀਨ ਬੀਟ ਜਾਣੀ ਕਣਕ ਦਿੱਤੀ ਜਾਂਦੀ ਹੈ, ਉਹ ਤੁਹਾਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ? ਜੇ ਮਿਲਦੀ ਹੈ ਤਾਂ ਕਾਰਡ ਕਿਹੜਾ ਬਣਵਾਇਆ? ਉਹ ਕਣਕ ਮਿਲਦੀ ਹੈ ਜੀ ਸਾਨੂੰ, ਉਹਦੇ ਵਿੱਚ ਕੋਈ ਸ਼ੱਕ ਨਹੀਂ ਗਾ। ਤਾਂ ਅਨਮਨੋਦਿਆ ਕਾਰਡ ਬੋਲਿਆ ਜਾਂਦਾ ਉਹਨੂੰ, BPL ਦੀ ਰੇਖਾ ਤੋਂ ਥੱਲੇ ਹੁੰਦਾ ਉਹ ਮਿਲਦੀ ਹੈ, ਉਹਦੇ ਵਿੱਚ ਕੋਈ ਸ਼ੱਕ ਨਹੀਂ। ਮਤਲਬ 2 ਕੁਆਂਟਲ 10 ਕਿਲੋ ਕਣਕ ਉਹ ਸਾਨੂੰ ਮਿਲ ਰਹੀ ਹੈ, ਉਹ ਮੈਨੂੰ ਹੀ ਮਿਲ ਰਹੀ ਹੈ। ਕਾਫੀ ਅੰਗਹੀਣਾਂ ਨਾਲ ਜੋ ਗੱਲਬਾਤ ਕੀਤੀ ਉਹ ਵੀ ਇੱਦਾਂ ਕਿੱਦਾਂ, ਪਰ ਇੱਕ ਬਤੇਰਾ ਉੱਥੇ ਹੋਰ ਵੀ ਬਹੁਤ ਵੱਡਾ ਹੈ। ਕਿਉਂਕਿ ਸਾਨੂੰ ਹਰ ਇੱਕ ਥਾਂ 'ਤੇ ਲਿਖਿਆ ਹੁੰਦਾ ਕਿ ਅੰਗਹੀਣ ਨੂੰ ਪਹਿਲ ਹੈ, ਪਰ ਉਹ ਲੈਣ ਦੇ ਵਿੱਚ ਨਹੀਂ ਦਿੱਤਾ ਜਾਂਦਾ। ਕਿਉਂਕਿ ਜਦੋਂ ਅੰਗਹੀਣ ਵਗ ਗਿਆ ਉਹਨੂੰ ਪਹਿਲ ਦੇ ਆਧਾਰ 'ਤੇ ਉਹ ਡਿਪੂ ਹੋਲਡ ਜਾਂ ਹੋਰ ਪਹਿਲ ਨਹੀਂ ਕਰਦੇ। ਬੈਂਕਾਂ ਦੇ ਵਿੱਚ ਚਲੇ ਜਾਓ ਉੱਥੇ ਲੈਣਾ ਲੱਗੀਆਂ ਹੋਣਗੀਆਂ, ਹਸਪਤਾਲਾਂ 'ਚ ਚਲੇ ਜਾਓ ਉੱਥੇ ਲੈਣਾ ਲੱਗੀਆਂ ਹੋਣਗੀਆਂ, ਪਰ ਪਹਿਲ ਨਹੀਂ ਕੀਤੀ ਜਾਂਦੀ। ਕਿਉਂਕਿ ਸਰਕਾਰ ਨੂੰ ਹਾਲੇ ਵੱਡਾ ਬਦਲਾਅ ਕਰਨਾ ਚਾਹੀਦਾ। ਔਰ ਸਮਾਜ ਦੇ ਪੜ੍ਹੇ ਲਿਖੇ ਬੁੱਧੀਜੀਵੀਆਂ ਨੂੰ ਮੈਂ ਕਹਿਣਾ ਗਾ ਕਿ ਟਿੰਗਾ ਮਾਰੀ ਜਾਂਦੇ ਹੋ, ਪੰਜਾਬ ਨੇ ਇਹ ਕਰਤਾ ਜੀ, ਪੰਜਾਬ ਨੇ ਕਿਸਾਨੀ ਦਾ ਸੰਘਰਸ਼ ਇੱਥੇ ਲੈ ਗਏ। ਯਾਰ ਸੱਲੜੇ ਸਮਾਜ ਨੂੰ ਜਗਾਓ, ਸਾਡੇ ਵਾਸਤੇ ਵੀ ਕੁਛ ਹੈਗਾ। ਅਸੀਂ ਮੂਹਰੇ ਲੜ ਰਹੇ ਹਾਂ, ਕਿਸਾਨੀ ਦੇ ਸੰਘਰਸ਼ ਦੇ ਵਿੱਚ ਲੜ ਰਹੇ ਹਾਂ। 1995 ਤੋਂ ਮੈਂ ਤੁਹਾਨੂੰ ਦੱਸਿਆ ਮਹੀਨਾ ਕੁ ਹੋ ਗਿਆ ਮੇਰੀ ਹੁਣ ਸਿਹਤ ਜਿਹੜੀ ਡਾਊਨ ਸੀਗੀ, ਤਾਂ ਇਹਨਾਂ ਨੇ ਜਿਹੜੀਆਂ ਚੈੱਕ ਵੰਡਣੇ ਸੀ ਮਤਲਬ ਉਹਨਾਂ 'ਤੇ ਮੈਂ ਧਰਨਾ ਪ੍ਰਦਰਸ਼ਨ ਕੀਤਾ, ਤਾਂ ਪੈਨਸ਼ਨ ਸਾਡੇ ਖਾਤੇ 'ਚ ਆਈ ਹੈ। ਅੱਛਾ, ਹੁਣ ਤੁਸੀਂ ਪੰਜਾਬ ਸਰਕਾਰ ਤੋਂ ਸੰਤੁਸ਼ਟ ਹੋ? ਨਹੀਂ, ਉਹ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਨਾ ਕਿ ਜਿਹੜਾ ਚੋਣ ਮੈਨੀਫੈਸਟੋ ਵਾਅਦਾ ਕੀਤਾ ਸੀ ਉਹ ਕਿੱਥੇ ਪੂਰਾ ਇਹਨਾਂ ਦਾ। ਅੱਛਾ, ਜੇ ਉਹ ਪੂਰਾ ਕਰ ਦਿੰਦੇ ਆ ਚੋਣ ਮੈਨੀਫੈਸਟੋ ਵਾਲਾ ਆ 2 ਮਹੀਨਿਆਂ ਦੇ ਵਿੱਚ, 2.5 ਮਹੀਨਿਆਂ ਦੇ ਵਿੱਚ, ਕੀ ਫਿਰ ਤੁਸੀਂ ਸਰਕਾਰ ਦੇ ਜਿਹੜੀ ਕਾਂਗਰਸ ਪਾਰਟੀ ਦੇ ਪੱਖ 'ਚ ਖੜੋਗੇ? ਦੇਖੋ ਹੁਣ ਨਾ ਜਦੋਂ ਇੱਥੇ ਆਪਾਂ ਗੱਲ ਕਰਕੇ ਟਿਆ ਤੁਸੀਂ ਕਹੋਗੇ ਵੀ ਮਾਨਵ ਸਜਰੀ ਕਾਸੀ ਰਾਮ ਜੀ ਦਾ ਨਾਂ ਆ ਗਿਆ ਹੈ ਨਾ, ਵੀ ਇਹ BSP ਵਾਲੇ ਹੋਣਗੇ। ਨਹੀਂ, ਕਦੇ ਵੀ ਅਸੀਂ BSP ਦੇ ਨਹੀਂ ਹੈਗੇ। ਅਸੀਂ ਇੱਕ ਵਿਚਾਰਧਾਰਾ 'ਤੇ ਕੰਮ ਕਰਦੇ ਹਾਂ। ਅਸੀਂ ਕਦੇ ਵੀ ਜਥੇਬੰਦੀ ਦੇ ਵਿੱਚ ਜਾ ਕੇ ਇਹ ਫੀਲਡ ਨਹੀਂ ਕੀਤਾ ਵੀ ਤੁਸੀਂ ਭਾਈ ਵੋਟ ਇਹਨੂੰ ਦਿਓ। ਉਹ ਮੇਰੀ ਅੰਗਹੀਣਾਂ ਤੀ ਹੀ ਪੇਟ 'ਚ ਕੀਤੀ ਹੁੰਦੀ ਹੈ। ਕਿਉਂਕਿ ਦੇਖੋ ਵੋਟ ਦਾ ਅਧਿਕਾਰ ਬਾਬਾ ਸਾਹਿਬ ਨੇ ਦਿੱਤਾ ਹੈ। ਕਿਉਂਕਿ ਬਹੁਤ ਮੁੱਢਾ ਗਰਜੰਟ ਜੀ EVM ਵੋਟ ਮਸ਼ੀਨ ਦੇ ਖਿਲਾਫ ਮੈਂ ਕਾਫੀ ਦਾਖਲਾ ਜਾਣਕਾਰੀ, ਕਿਉਂਕਿ ਮੈਂ ਪਹਿਲਾਂ ਖੁਦ ਆਪ ਕਰਦਾ ਹੁੰਦਾ। ਬਾਪੂ ਜੀ ਦੀਆਂ ਅੱਖਾਂ ਅਸੀਂ ਖੁਦ ਦਾਨ ਕੀਤੀਆਂ, ਮੇਰੀ ਮਾਤਾ ਅਨਪੜ੍ਹ ਸੀ। ਠੀਕ ਹੈ, ਤੁਹਾਨੂੰ ਪਤਾ ਮਾਤਾ ਦੀ ਡੈੱਡ ਬੋਡੀ ਅਸੀਂ ਖੁਦ ਆਪ ਦਾਨ ਕੀਤੀ, ਜਿਹਦਾ ਝੰਡਾ ਵੀ ਮਤਲਬ ਫਿਜ਼ੀਕਲ ਹੈਂਡੀਕੈਪਟ ਯੂਨੀਅਨ ਦੇ ਬੰਦਿਆਂ ਨੇ ਅਸੀਂ ਲਾਇਆ। ਕਿਉਂਕਿ ਦੇਖੋ ਪਹਿਲਾਂ ਤੁਸੀਂ ਖੁਦ ਆਪ ਕਰੋ ਫਿਰ ਲੋਕਾਂ ਨੂੰ ਕਹੋ। ਠੀਕ ਹੈ, ਵੋਟਾਂ ਦੇ ਵਿੱਚ ਤਾਂ ਇਹਨਾਂ ਦੀ ਡਿਸਟਰਬਰੀ ਹੋਈ ਪਈ ਹੈ, ਕਿਹਨੇ ਜਿੱਤਣਾ ਕਿਹਨੇ ਹਾਰਨਾ ਹੈ, ਇਹਦਾ ਸਾਰਾ ਕਲੀਅਰ ਹੋਇਆ ਪਿਆ। ਇਹ ਤਾਂ ਇੱਕ ਸਿਰਫ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਕਿ ਵੀ ਮਤਲਬ ਜਿਹੜਾ ਹੈਗਾ ਗਾ ਲੋਕਾਂ ਨੂੰ ਮਤਲਬ ਬੁੱਧੂ ਬਣਾਇਆ ਜਾ ਰਿਹਾ। ਸਰਕਾਰ ਕਿਹਦੀ ਬਣਨੀ ਹੈ ਤਾਂ ਤੈਅ ਕਰ ਚੁੱਕੇ ਨੇ ਪਹਿਲਾਂ ਤੋਂ, ਇਹਦਾ ਸਾਰਾ ਕੁਝ ਤੈਅ ਹੋ ਚੁੱਕਿਆ ਇਹਨਾਂ ਦਾ। ਇਹ ਤਾਂ ਇੱਕ ਛੋਸਲੀਆਂ ਬਿੰਗੀਆਂ ਹੋਣਗੀਆਂ, ਰੈਲੀਆਂ ਹੋਣਗੀਆਂ, ਇਹਨਾਂ ਦੀਆਂ ਪੜਾਕੇ ਪੈਣਗੇ, ਇੱਧਰ ਹੋ ਗਿਆ, ਉਹ ਇੱਧਰ ਹੋ ਗਿਆ ਜੀ, ਇਹ ਆ ਗਿਆ ਜੀ, ਬਹੁ ਆ ਗਿਆ। ਹੁਣ ਮਤਲਬ ਆਮ ਪਾਰਟੀ ਦੀ ਦੇਖ ਲਓ, ਉਹਨਾਂ ਨੇ ਕਿੰਨੇ ਕੁ ਹੈਂਡੀਕੈਪਟਾਂ ਨੂੰ ਟਿਕਟ ਦਿੱਤੀ ਹੈ। ਕਿੰਨਾ ਚਿਰ ਤੋਂ ਲੜਦੇ ਆ ਰਹੇ ਨੇ। ਕੋਈ ਇਹ ਕਹਿ ਰਿਹਾ ਵੀ ਤੁਸੀਂ MLA ਬਣ ਜਾਓ। ਸਾਡੇ 'ਚ ਹੈਂਡੀਕੈਪਟ 'ਚ ਘਾਟ ਕਿਹੜੀ ਹੈ? ਸਾਡੇ ਬਹੁਤ ਟੌਪ ਦੇ ਬੰਦੇ ਪਏ ਨੇ, ਬਹੁਤ ਐਡਵੋਕੇਟ ਵਕੀਲ ਪਏ ਨੇ ਸਾਡੇ। ਪਰ ਹੁਣ ਜਿਹੜੀ ਲੜਾਈ ਹੋਣੀ ਹੈ, ਜੇ ਸਰਕਾਰ ਨੇ 5-7 ਦਿਨਾਂ ਦੇ ਵਿੱਚ ਸਾਡਾ ਇਹ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਇਹ ਗੱਲ ਆ ਗੁਰਜੰਟ ਜੀ, ਇਹ ਕਹਿਣ ਦੀ ਨਹੀਂ ਹੈਗੀ। ਕਿਉਂਕਿ ਕਿਸਾਨਾਂ 'ਚ ਦਮ ਹੋਵੇ ਨਾ ਹੋਵੇ, ਸਾਡੇ 'ਚ ਦਮ ਹੈ। ਕਿਉਂਕਿ ਅਸੀਂ ਇਤਿਹਾਸ ਨਾਲ ਜੁੜੇ ਹੋਏ ਹਾਂ, ਅਸੀਂ ਕਿਸੇ ਦੀ ਪਾਰਟੀ ਨਾਲ ਜੁੜੇ ਲੋਕ ਨਹੀਂ ਹੈਗੇ। ਕਿਉਂਕਿ ਮੇਰੇ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਖੁਦ ਆਏ ਹੋਏ ਨੇ ਉਰੇ। ਤਾਂ ਅਸੀਂ ਜਲਦੀ ਹੀ ਕਾਂਗਰਸ ਜਿਹੜੀਆਂ ਰੈਲੀਆਂ ਕਰ ਰਹੀ ਆ, ਕਿਸਾਨ ਨਹੀਂ ਰੋਕਿਆ ਇਹਨਾਂ ਨੇ, ਅਸੀਂ ਉਹ ਵੀ ਬੰਦ ਕਰਾਵਾਂਗੇ। ਚਾਹੇ ਉਹ ਵਿਕਾਸ ਦਾ ਕਿਸੇ ਦਾ ਉਦਘਾਟਨ ਕਰਨਾ ਹੋਣਾ, ਅਸੀਂ ਉਹਨਾਂ ਨੂੰ ਨਹੀਂ ਕਰਨ ਦੇਵਾਂਗੇ। ਤੁਹਾਡੇ ਨਾਲ ਹੈਂਡੀਕੈਪਟ ਡਿਸੇਬਿਲਟੀ ਯੂਨੀਅਨ ਦੇ ਵਿੱਚ ਕਿੰਨੇ ਕੁ ਸਾਥੀ ਹੋਰ ਨੇ ਜਿਹੜੇ ਤੁਹਾਡੇ ਜ਼ਿਆਦਾ? ਦੇਖੋ ਜਿਹੜੀ ਸਾਡੇ ਕੋਲੇ ਪਹਿਲਾਂ ਤੋਂ ਪੁਰਾਣੀ ਮੈਂਬਰਸ਼ਿਪ ਹੈ, ਉਹਦੇ ਵਿੱਚ ਕਮ ਸੇ ਕਮ ਮਾਨਸਾ ਜ਼ਿਲ੍ਹੇ ਦੇ ਉੱਤੋਂ ਮਤਲਬ ਕਿ ਜਿਹੜੀ ਪਿਛਲੇ ਅੱਜ ਤੋਂ ਮਤਲਬ ਕਿ 8-9 ਸਾਲ ਪਹਿਲਾਂ ਦੀ ਗੱਲ ਹੈ ਇਹ, ਉਦੋਂ 5000 ਦੀ ਮੈਂਬਰਸ਼ਿਪ ਸੀ ਸਾਡੇ ਕੋਲੇ।
ਜਿਹਦੇ ਵਿੱਚ ਸਾਡਾ ਦਫ਼ਤਰ ਚੱਲਦਾ ਸੀ। ਉਸ ਦਫ਼ਤਰ ਵੀ ਸਾਡਾ ਮਤਲਬ ਕਿ ਮਾਨਸਾ ਪ੍ਰਸ਼ਾਸਨ ਨੇ ਦੱਬਿਆ ਹੋਇਆ ਹੈ। ਉੱਥੇ ਸਿਟੀ ਥਾਣਾ ਬਣਿਆ ਹੋਇਆ ਹਾਲੇ ਵੀ, ਉਹ ਵੀ ਸਾਡਾ ਚੈਂਬਰ ਜਿਹੜਾ ਉਹਨਾਂ ਨੇ ਨਹੀਂ ਦਿੱਤਾ ਹਾਲੇ। ਔਰ ਮੈਂ ਮਾਣਯੋਗ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਇੱਕ ਇਹੋ ਜਿਹਾ, ਜਿਵੇਂ ਸਾਡੀ ਫਿਜ਼ੀਕਲ ਹੈਂਡੀਕੈਪਟ ਪੂਰੇ ਪੰਜਾਬ ਦੇ ਵਿੱਚ ਹੀ ਹੈ, ਇੱਕ ਸਾਡਾ ਆਪ ਦਾ ਦਫ਼ਤਰ ਵਾਸਤੇ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ। ਜੇ ਨੰਬਰਦਾਰਾਂ ਨੂੰ ਜਗ੍ਹਾ ਦੇ ਸਕਦੇ ਨੇ ਉਹ, ਤਾਂ ਸਾਨੂੰ ਕਿਉਂ ਨਹੀਂ ਦੇ ਸਕਦੇ? ਅੱਛਾ, ਆਪਣਾ ਜਾਂਦੇ ਜਾਂਦੇ ਇੱਕ ਸਵਾਲ ਹੋਰ, ਤੁਸੀਂ ਆਉਣ ਵਾਲੇ 2022 ਦੇ ਵਿੱਚ ਕਿਹੜੀ ਸਰਕਾਰ ਨੂੰ ਲਿਆਉਣਾ ਪਸੰਦ ਕਰੋਗੇ? ਦੇਖੋ ਗੁਰਜੰਟ ਜੀ, ਮੈਂ ਪਹਿਲਾਂ ਕਹਿ ਕੇ ਹਟਿਆ, ਅਸੀਂ ਉਸ ਸਰਕਾਰ ਨੂੰ ਲੈ ਕੇ ਆ ਰਹੇ ਹਾਂ ਜਿਹੜੀ ਸਰਕਾਰ ਸਾਡੇ ਵਾਸਤੇ, ਸਾਡੀ ਆਬਾਦੀ ਹੈ ਨਾ, ਜੇ ਪੰਜਾਬ ਦੇ ਵਿੱਚ ਮਿਨੀਮਮ ਮੈਂ ਤੁਹਾਨੂੰ ਦੱਸਿਆ ਵੀ ਮਾਨਸਾ ਦੇ ਵਿੱਚ ਅਸੀਂ 20,000 ਹੈ, ਕਿਹੜੀ ਸਰਕਾਰ ਸਾਨੂੰ ਟਿਕਟਾਂ ਦੇ ਰਹੀ ਹੈ MLA ਦੀਆਂ MP ਦੀਆਂ, ਕਿਹੜੀ ਸਾਨੂੰ ਲਿਖਤੀ ਰੂਪ ਦੇ ਉੱਤੇ ਸਟਾਮ ਦੇ ਉੱਤੇ ਲਿਖ ਕੇ ਦੇਊਗੀ? ਕਿਉਂਕਿ ਸਟਾਮ ਦੇ ਉੱਤੇ ਕੇਸ ਬਣਦਾ ਹੈ। ਜਿਹੜਾ MLA ਜੇ ਉਹ ਜਿੱਤਦਾ ਜਾਂ ਹਾਰਦਾ ਹੈ, ਮਤਲਬ ਜੇ ਉਹਨਾਂ ਦੀ ਪੈਸ਼ਨ ਪਾਊਂਟ ਬਣਦੀ ਹੈ, ਤਾਂ ਜਿਹੜੀ ਸਰਕਾਰ ਸਾਡੇ ਵਾਸਤੇ ਟਿਕਟਾਂ ਦੇਊਗੀ ਕਿ ਤੁਸੀਂ MLA ਦੀ ਚੋਣ ਲੜੋ, ਤੁਸੀਂ MP ਦੀ ਚੋਣ ਲੜੋ, ਅਸੀਂ ਉਹਨੂੰ ਸਪੋਰਟ ਕਰਾਂਗੇ। ਅੱਛਾ ਜੀ, ਇਹ ਸਨ ਭੀਮ ਭੋਪਾਲ ਜੀ। ਹਾਂਜੀ, ਇਹ ਸਨ ਭੀਮ ਭੋਪਾਲ ਜੀ। ਇਹਨਾਂ ਨਾਲ ਆਪਾਂ ਨੇ ਮੁਲਾਕਾਤ ਕੀਤੀ। ਇਹ ਆਪਣਾ ਹੈਂਡੀਕੈਪਟ ਐਸੋਸੀਏਸ਼ਨ ਮਾਨਸਾ ਰਜਿਸਟਰਡ ਚੰਡੀਗੜ੍ਹ ਦੇ ਸਾਬਕਾ ਮੀਤ ਪ੍ਰਧਾਨ ਰਹੇ ਨੇ। ਇਹਨਾਂ ਦੀ ਪ੍ਰਾਪਤੀ ਬਹੁਤ ਰਹੀ ਹੈ, ਇਸ ਕਰਕੇ ਆਪਾਂ ਇਹ ਸਮਾਜ ਸੁਧਾਰਕ ਅਤੇ ਆਪਣੇ ਬਾਬੂ ਕਾਂਸ਼ੀ ਰਾਮ ਜੀ ਦੇ ਮਤਲਬ ਸਮਰਥਕ ਰਹੇ ਨੇ। ਉਹਨਾਂ ਦੇ ਉਸ 'ਤੇ ਚੱਲਦੇ ਹੋਏ ਇਹਨਾਂ ਨੇ ਅੱਜ ਇੰਟਰਵਿਊ ਦਿੱਤੀ। ਆਪਾਂ ਰੀਅਲ ਲਾਈਫ ਪ੍ਰੋਗਰਾਮ ਦੇ ਤਹਿਤ ਸਾਰਾ ਉਹ ਕਰਾਂਗੇ। ਠੀਕ ਹੈ ਜੀ, ਧੰਨਵਾਦ। ਓਕੇ।